ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹੱਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛਉ ਜਾਏ। ਸਤਿਗੁਰ ਕਾ ਭਾਣਾ ਮਨ ਲਈ, ਵਿੱਚੋਂ ਆਪ ਗਵਾਏ। ਕਿਸ ਹਉ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛਉ ਜਾਏ। ਸਤਿਗੁਰ ਕਾ ਭਾਣਾ ਮਨ ਲਈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਨਾਮੇ ਹੀ ਤੇ ਸੁਖ ਪਾਈਐ, ਸੱਚਾ ਸ਼ਬਦ ਸੁਹਾਏ। ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ। ਪੂੰਜ ਪੜੈਗੀ ਖੇਤ, ਰਹਾਉ ਮਨ ਕੀਆ ਇੱਛਾ ਪੂਰੀਆ। ਸ਼ਬਦ ਰਹਿਆ ਭਰਪੂਰ, ਪੈ ਭਾਏ ਭਗਤ ਕਰੈ ਦਿਨ ਰਾਤੀ। ਹਰ ਜੀਉ ਵੇਖੈ ਸਦਾ ਹਦੂਰਾ, ਸੱਚਾ ਸ਼ਬਦ ਸਦਾ ਮਨ ਰਾਤਾ। ਭ੍ਰਮ ਗਿਆ ਸਰੀਰਹੁ ਦੂਰਾ, ਨਿਰਮਲ ਸਾਹਿਬ ਪਾਇਆ। ਸਾਚਾ ਗੁਣੀ ਗਹੀਰਾ, ਜੋ ਜਾਗੇ ਸੇ ਉਬਰੇ। ਸੁਤੇ ਗਏ ਮੁਹਾਈ, ਸੱਚਾ ਸ਼ਬਦ ਨਾ ਪਛਾਣਿਆ। ਸੁਪਨਾ ਗਿਆ ਵਿਹਾਏ, ਸੁਣੇ ਘਰ ਕਾ ਪਾਹੁਣਾ। ਜਿਉ ਆਇਆ ਤਿਉ ਜਾਏ, ਮਨ ਮੁਖ ਜਨਮ ਬਿਰਥਾ ਗਿਆ। ਕਿਆ ਮੋਹ ਦਿਸੀ ਜਾਏ, ਸਭ ਕਿਛ ਆਪੇ ਆਪ ਹੈ। ਹਉਮੈ ਵਿੱਚ ਕਹਿਨ ਨ ਜਾਏ, ਗੁਰ ਕੈ ਸ਼ਬਦ ਪਛਾਣੀਐ।
ਦੁਖ ਹਉ ਮੈਂ ਵਿਚੋਂ ਜਾਏ। ਸਤਿਗੁਰ ਸੇਵਨ ਆਪਣਾ ਹਾਂ ਤਿਨ ਕੈ ਲਾਗੋਂ ਪਾਏ। ਨਾਨਕ ਦਰ ਸੱਚਾ ਸਚਿਆਰ ਹੈ। ਹਾਂ ਤਿਨ ਬਲਹਾਰੈ ਜਾਓ। ਸਤਿਗੁਰ ਸੇਵਨ ਆਪਣਾ ਹਾਂ ਤਿਨ ਕੈ ਲਾਗੋਂ ਪਾਏ। ਨਾਨਕ ਦਰ ਸੱਚਾ ਸਚਿਆਰ ਹੈ। ਹਾਂ ਤਿਨ ਬਲਹਾਰੈ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਪਾਵਨ ਸ਼ਬਦ ਸ਼੍ਰੀ ਰਾਗ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 34-35 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦੀ ਅੱਜ ਵਿਦਾਇਗੀ ਵੀ ਹੈ। ਸਮੂਹ ਸੰਗਤਾਂ ਵੱਲੋਂ, ਸਮੂਹ ਸਟਾਫ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸੰਗਤਾਂ ਨੂੰ ਗੁਰਬਾਣੀ ਵਿਚਾਰ ਦੇ ਨਾਲ ਜੋੜਨਾ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਾਹਿਬਾਂ ਦੇ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਨੇ ਜੋ ਸ਼ਾਮ ਤੱਕ ਚੱਲਣੇ ਨੇ। ਆਪ ਜੀ ਜਿੱਥੇ ਇਸ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ, ਉੱਥੇ ਆਪ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ। ਅੱਜ ਤੋਂ ਸੋਦਰ ਦੇ ਪਾਠ ਦਾ ਸਮਾਂ 6:45 ਤੋਂ ਲੈ ਕੇ 7:25 ਤੱਕ ਹੋਇਆ ਹੈ। ਜੋ ਸੋਦਰ ਦੇ ਸਮੇਂ ਦੇ ਪ੍ਰੇਮੀ ਨੇ ਉਹ ਸਮਾਂ ਨੋਟ ਕਰ ਲੈਣ। ਕੱਲ੍ਹ 29 ਤਰੀਕ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਹਨ। 30 ਤਰੀਕ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਹਨ। ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਹੱਥੀਂ ਸੇਵਾ ਕਰਕੇ ਮਨੁੱਖਾ ਜਨਮ ਨੂੰ ਸਫਲਾ ਬਣਾਓ। ਆਓ ਅਗਲੇ ਸਮੇਂ ਵਾਸਤੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ।
हम ना सकत कर सिफत तुम्हारी, आप ले हो तुम कथा सुधारी। सतगुरु दीन दुनिया दे पातशाह गुरता गद्दी ते सुभाएमान, दसां पातशाहियां दे प्रतक्ष रूप धन धन आदि श्री गुरु ग्रंथ साहिब जी महाराज आप जी दे चरनां में सट बैठे सत्कारयोग गुरु खालसा साध संगत जीओ, आप जी वडभागी हो जो सतगुरु गुरु हरकृष्ण साहिब पातशाह जी दे चरण छू अस्थान गुरुद्वारा श्री बंगला साहिब विखे पहुँच के अपने मन दीयां भावनावां शरधा प्रगट कर रहे हो। अज साध संगत जी धन गुरु ग्रंथ साहिब सच्चे पातशाह जी का पहला प्रकाश दिहाड़ा है। सो अज दे दिन गुरु अर्जन देव पातशाह बाणी के बोहित उन्होंने भगतां दी बाणी, भट्टां दी बाणी, गुरसिखां दी बाणी, गुरु साहिब दी बाणी ये सारी इकत्र करके गुरु ग्रंथ साहिब जी का स्वरूप तैयार किया है और इस स्वरूप का प्रकाश दरबार साहिब श्री अमृतसर साहिब हरमंदर साहिब विखे सन 1604 विच किया गया और जिथे अज गुरु ग्रंथ साहिब जी का प्रकाश दिहाड़ा प्रकाश दिवस है, पहला प्रकाश है, उत्थे सिख कौम दे विच अति सत्कारत अहुदा हस्ती बाबा बुढ़ा साहिब जी नूं गुरु ग्रंथ साहिब जी दे पहले मुख ग्रंथी हरमंदर साहिब दे थापिया गया है। सो उस संबंध दे विच विचारां कीतियां जाणगियां, नाल लड़ीवार शब्द की टूक मात्र विचार की जाएगी। कुछ गल्लां समझनियां बड़ियां जरूरी हैं। इतिहास आप जी ने कई बारी सुनिया भी है। सतगुरु जी ने साध संगत जीओ ये जिहड़ी कला वरताई है, जो बख्शिश की है, ये बड़ी वड्डी कला है, बड़ी वड्डी दात है जो शब्द नूं गुरु बनाया है। शब्द नूं गुरु थापिया। वैसे कल आपां बेनती कीती सी कि शब्द वड्डा गुरु है। गुरु ग्रंथ साहिब जी दे अगे आद शब्द लगदा है। गुरु ग्रंथ साहिब जी ब्रह्मंडी गुरु हन अते ਜਿਹੜੇ ਅੱਗੇ ਜਿਨ੍ਹਾਂ ਦੇ ਵਿੱਚ ਇਸ ਸ਼ਬਦ ਦਾ ਪ੍ਰਕਾਸ਼ ਹੋਇਆ ਉਹ ਪਿੰਡੀ ਗੁਰੂ ਹਨ, ਯਾਨੀ ਕਿ ਪਿੰਡੇ ਵਾਲੇ। ਪਿੰਡਾ ਯਾਨੀ ਕਿ ਸਰੀਰ ਧਾਰੀ, ਸਰੀਰ ਵਿੱਚ ਹੋਏ ਨੇ। ਜਿਵੇਂ ਪਹਿਲਾਂ ਵੀ ਕਈਆਂ ਦੇ ਵਿੱਚ ਪ੍ਰਕਾਸ਼ ਹੋਇਆ ਤਾਂ ਹੀ ਭਗਤਾਂ ਦੇ ਵਿੱਚ ਬਾਣੀ ਪ੍ਰਗਟ ਹੋਈ ਹੈ ਨਾ। ਭਗਤਾਂ ਦਾ ਵੀ ਗੁਰੂ ਸ਼ਬਦ ਹੀ ਸੀ। ਗੁਰ ਗੁਰ ਏਕੋ ਵੇਸ ਅਨੇਕ। ਇਹ ਜਿਹੜੇ ਸਰੀਰ ਅਲੱਗ-ਅਲੱਗ ਸਨ ਪਰ ਇਹਨਾਂ ਸਾਰਿਆਂ ਦਾ ਨਿਰਗੁਣ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਨ। ਸਾਰੇ ਭਗਤਾਂ ਦੇ ਵੀ ਸਰਗੁਣ ਦੇ ਵਿੱਚ ਭਾਵੇਂ ਕੋਈ ਸੀ, ਜਿਵੇਂ ਆਪਾਂ ਕਹਿੰਦੇ ਹਾਂ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਬਾਬਾ ਰਾਮਾਨੰਦ ਜੀ ਸਨ, ਭਗਤ ਰਾਮਾਨੰਦ ਜੀ ਸਨ। ਹੋਰ ਇਸੇ ਤਰ੍ਹਾਂ ਆਪੋ ਆਪਣੇ ਸਰੀਰਕ ਕਾਲ ਦੇ ਵਿੱਚ ਉਸਤਾਦ ਦੇ ਰੂਪ ਵਿੱਚ ਸਿੱਖਿਆ ਦੇਣ ਵਾਲੇ ਹੋਏ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਮੁੱਢ ਵਿੱਚ ਹੋਏ ਨੇ। ਆਦਿ ਦਾ ਮਤਲਬ ਆਦਿ ਗ੍ਰੰਥ ਹਨ ਗੁਰੂ ਗ੍ਰੰਥ ਸਾਹਿਬ ਜੀ। ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ। ਆਦਿ ਦਾ ਮਤਲਬ ਜਦੋਂ ਅਜੇ ਕੁਝ ਵੀ ਨਹੀਂ ਸੀ ਬਣਿਆ, ਜਦੋਂ ਅਜੇ ਸ੍ਰਿਸ਼ਟੀ ਵੀ ਨਹੀਂ ਸੀ ਬਣੀ, ਉਦੋਂ ਇਸ ਸ਼ਬਦ ਦੇ ਵਿੱਚੋਂ ਸਾਰਾ ਕੁਝ ਪ੍ਰਗਟ ਹੋਇਆ।
ਫਿਰ ਉਹ ਸ਼ਬਦ ਦਾ ਵਾਸਾ ਕਿੱਥੇ ਸੀ? ਹੁਣ ਆਪ ਪ੍ਰਗਟ ਰੂਪ ਦੇ ਵਿੱਚ ਤੇ ਆਪਾਂ ਵੇਖ ਰਹੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੀੜਾ ਸਾਹਿਬ ਤੇ ਹੈ, ਚੌਰ ਝੁੱਲ ਰਿਹਾ, ਆਪਾਂ ਨਮਸਕਾਰਾਂ ਕਰ ਰਹੇ ਹਾਂ, ਗੁਰਬਾਣੀ ਦੀ ਕਥਾ ਹੁੰਦੀ ਹੈ, ਵਿਚਾਰ ਹੁੰਦੀ ਹੈ। ਪਰ ਜਿਹੜੀ ਗੱਲ ਮੈਂ ਆਪ ਜੀ ਨਾਲ ਕਰ ਰਿਹਾ ਵੀ ਗੁਰੂ ਸਾਹਿਬ ਮੁੱਢ ਵਿੱਚ ਸਨ ਸਭ ਤੋਂ, ਜਦੋਂ ਅਜੇ ਕੁਝ ਵੀ ਨਹੀਂ ਸੀ ਬਣਿਆ, ਉਦੋਂ ਮਹਾਰਾਜ ਦਾ ਟਿਕਾਣਾ ਕਿੱਥੇ ਸੀ? ਉਦੋਂ ਸ਼ਬਦ ਕਿਹੜੇ ਰੂਪ ਦੇ ਵਿੱਚ ਸੀ? ਸ਼ਬਦ ਗੁਰੂ। ਤਾਂ ਉਸ ਵੇਲੇ ਸ਼ਬਦ ਗੁਰੂ ਸਾਰੇ ਬ੍ਰਹਿਮੰਡ ਦੇ ਵਿੱਚ ਆਪਣਾ ਆਸਣ ਲਾ ਕੇ ਬੈਠਾ ਹੋਇਆ ਸੀ। ਅਕਾਲ ਪੁਰਖ ਨੇ ਕੀ ਕੀਤਾ? ਉਹਨੇ ਸ੍ਰਿਸ਼ਟੀ ਬਣਾਉਣੀ ਚਾਹੀ, ਸ੍ਰਿਸ਼ਟੀ ਸਾਜਣੀ ਚਾਹੀ, ਤੇ ਸ੍ਰਿਸ਼ਟੀ ਸਾਜਣ ਵਾਸਤੇ ਉਹਨੇ ਆਪਣਾ ਇੱਕ ਜਿਹੜਾ ਸੈਕਿੰਡ ਪਰਸਨ ਯਾਨੀ ਕਿ ਆਪਣੇ ਤੋਂ ਦੂਜੇ ਨੰਬਰ 'ਤੇ ਸ਼ਕਤੀ ਥਾਪੀ, ਉਹ ਸ਼ਬਦ ਦੀ ਸ਼ਕਤੀ ਸੀ, ਜਿਹਨੂੰ ਬਾਅਦ ਵਿੱਚ ਗੁਰੂ ਸਾਹਿਬ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਹੈ। ਮਹਾਰਾਜ ਬਾਣੀ ਵਿੱਚ ਇਹਦਾ ਪ੍ਰਮਾਣ ਦਿੰਦੇ ਨੇ, ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ। ਪਰਮਾਤਮਾ ਨੇ ਆਪ ਹੀ ਆਪਣਾ ਇੱਕ ਰੂਪ ਸਾਜਿਆ, ਉਹ ਰੂਪ ਸੀ ਨਾਉ, ਯਾਨੀ ਕਿ ਸ਼ਬਦ ਦਾ ਰੂਪ ਸੀ। ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਤੇ ਫਿਰ ਦਵੈਤ ਵਾਲੀ ਕੁਦਰਤ ਦੋਵਾਂ ਨੂੰ ਮਿਲਾ ਕੇ, ਉਸ ਸ਼ਬਦ ਨੂੰ ਤੇ ਮਾਇਆ ਨੂੰ, ਤੱਤਾਂ ਨੂੰ ਮਿਲਾ ਕੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਸ੍ਰਿਸ਼ਟੀ ਬਣਾਈ ਹੈ। ਇਸ ਤਰ੍ਹਾਂ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਪ੍ਰਗਟ ਹੋਈ। ਇੱਕ ਹੋਰ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਸਮਝਣ ਵਾਸਤੇ ਕਰਨੀ ਚਾਹੁੰਦਾ, ਕਿਉਂਕਿ ਸਿੰਘ ਜਿਵੇਂ ਕਹਿੰਦੇ ਵੀ ਪਹਿਲਾਂ ਜਿਹੜੀਆਂ ਵਿਚਾਰਾਂ ਲੜੀਵਾਰ ਕਥਾ ਤੋਂ ਉਹ ਜ਼ਿਆਦਾ ਕਰਿਆ ਕਰੋ, ਕਈ ਥਾਵਾਂ ਤੋਂ ਕਹਿੰਦੇ ਵੀ ਉਹਨਾਂ ਵਿੱਚ ਕਈ ਗੱਲਾਂ ਖੁੱਲ੍ਹਦੀਆਂ ਨੇ, ਲੜੀਵਾਰ ਸ਼ਬਦ ਦੇ ਵਿੱਚ ਟੂਕ ਮਾਤਰ ਹੁੰਦਾ ਹੈ, ਉਹ ਆਪਾਂ ਥੋੜ੍ਹੇ ਮਿੰਟ ਪਹਿਲਾਂ ਕਰਾਂਗੇ। ਇਹਦੇ ਵਿੱਚ ਇੱਕ ਗੱਲ ਹੋਰ ਬੜੀ ਸਮਝਣੀ ਜ਼ਰੂਰੀ ਹੈ ਸਾਧ ਸੰਗਤ ਜੀ। ਗੱਲਾਂ ਬੜੀਆਂ ਨੇ ਜਿਹੜੀਆਂ ਉਲਝਣ ਦੇ ਵਿੱਚ ਮਨ ਪਿਆ ਹੋਇਆ ਸਾਡਾ, ਸਾਨੂੰ ਪਤਾ ਨਹੀਂ ਲੱਗਦਾ ਸਾਡਾ ਗੁਰੂ ਕੌਣ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਕਿਵੇਂ ਹੈ। ਤਾਂ ਕੱਲ੍ਹ ਦਾ ਜਿਹੜਾ ਸ੍ਰੀ ਮੁਖ ਆਪਣਾ ਲੜੀਵਾਰ ਸ਼ਬਦ ਸੀ, ਉਹਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਜਿੰਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਹੁਣ ਚਾਰ ਯੁੱਗਾਂ ਦੇ ਵਿੱਚ ਮਹਾਰਾਜ ਕਹਿੰਦੇ ਉਹ ਲੋਕ ਦੁਖੀ ਰਹੇ ਨੇ ਜਿਨ੍ਹਾਂ ਨੇ ਸਤਿਗੁਰੂ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਹੀਂ ਕੀਤੀ। ਹੋਰ ਵੀ ਬਚਨ ਬੜੇ ਥਾਵਾਂ ਤੇ ਆਉਂਦੇ ਨੇ, ਬੜੇ ਥਾਵਾਂ ਤੇ ਬਚਨ ਆਉਂਦੇ ਨੇ ਕਿ ਚਾਰੇ ਯੁੱਗਾਂ ਚੌਂ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ। ਇਹ ਜਿਹੜੀ ਬਾਣੀ ਹੈ ਇਸ ਯੁੱਗ ਦੀ ਨਹੀਂ, ਕੱਲੇ ਇਸ ਯੁੱਗ ਦੀ ਨਹੀਂ, ਇਹ ਚੌਵਾਂ ਯੁੱਗਾਂ ਦੇ ਵਿੱਚ ਬਾਣੀ ਗੁਰੂ ਰਹੀ ਹੈ। ਹਾਂ, ਮੈਂ ਉਹ ਬੇਨਤੀ ਕਰਾਂਗਾ ਵੀ ਉਦੋਂ ਆਕਾਰ ਕਿਹੜਾ ਸੀ। ਹੁਣ ਆਕਾਰ ਗੁਰੂ ਗ੍ਰੰਥ ਸਾਹਿਬ 1430 ਅੰਗਾਂ ਦੇ ਵਿੱਚ ਹੈ, ਉਦੋਂ ਕਿਹੜੀ ਅਵਸਥਾ ਸੀ ਸ਼ਬਦ ਦੀ? ਚੌਂ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ। ਚਾਰੇ ਯੁੱਗਾਂ ਦੇ ਵਿੱਚ ਜੇ ਕਿਸੇ ਵੀ ਬੰਦੇ ਦਾ ਉਧਾਰ ਹੋਇਆ, ਜੇ ਕਿਸੇ ਦਾ ਵੀ ਮਨ ਪ੍ਰਮਾਤਮਾ ਨਾਲ ਉਹਦੇ ਵਿੱਚ ਲੀਨ ਹੋਇਆ, ਤੇ ਉਹਦੀ ਕਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ ਵਰਤਾਈ ਹੈ, ਸ਼ਬਦ ਨੇ ਵਰਤਾਈ ਹੈ, ਕਿਸੇ ਸਰੀਰ ਨੇ ਨਹੀਂ ਵਰਤਾਈ। ਸਰੀਰ ਮਾਧਿਅਮ ਬਣਿਆ ਸ਼ਬਦ ਨੂੰ ਅੱਗੇ ਲੈ ਕੇ ਜਾਣ ਦਾ। ਚਹੁੰ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰਾ ਭਾਗ ਹਰ ਨਾਮ ਸਮਾਣੀ। ਜੇ ਭਾਗ ਵੱਡੇ ਹੋਣ ਤੇ ਇਸ ਬਾਣੀ ਨੂੰ ਮੰਨ ਲਈਏ ਤੇ ਨਾਮ ਦੇ ਵਿੱਚ ਸਿੱਖ ਦੀ ਸੁਰਤੀ ਸਮਾ ਜਾਂਦੀ ਹੈ। ਇੱਕ ਗੱਲ ਹੋਰ ਅੱਗੇ ਬੜੀ ਸੋਹਣੀ ਮਹਾਰਾਜ ਨੇ ਕਹੀ ਹੈ, ਸਿੱਧ ਸਾਧਿਕ ਤਰਸੈ ਤਿਹੁ ਲੋਏ। ਹੁਣ ਵੱਡੇ ਵੱਡੇ ਸਿੱਧ, ਵੱਡੇ ਵੱਡੇ ਜੋਗੀ, ਉਹ ਮਹਾਰਾਜ ਕਹਿੰਦੇ ਤਰਸਦੇ ਫਿਰਦੇ ਨੇ ਬਾਣੀ ਨੂੰ ਸੁਣਨ ਵਾਸਤੇ। ਹੁਣ ਆਪਾਂ ਕਿੰਨੇ ਭਾਗਾਂ ਵਾਲਿਆਂ, ਸਾਡੇ ਕੋਲ ਸਰੀਰ ਹੈ, ਹੁਣ ਕੰਨ ਨੇ, ਕੰਨਾਂ ਦੇ ਨਾਲ ਬਾਣੀ ਨਹੀਂ ਸੁਣੀ ਜਾਂਦੀ, ਇਕੱਲੀ ਧਿਆਨ ਨਾਲ ਸੁਣੀ ਜਾਣੀ ਹੈ। ਕੰਨ ਤੇ ਮਾਧਿਅਮ ਹੈ, ਹੁਣ ਆ ਵਿੱਚੋਂ ਧਿਆਨ ਵਿੱਚੋਂ ਨਿਕਲ ਜਾਂਦਾ ਤੇ ਸ਼ਬਦ ਦੀ ਫਿਰ ਸਮਝ ਨਹੀਂ ਆਉਂਦੀ। ਫਿਰ ਕਹਿੰਦੇ ਸਵਾਦ ਨਹੀਂ ਆਇਆ, ਜਾਂ ਅੱਧੀ ਕੋਈ ਗੱਲ ਸੁਣ ਲਈ, ਫਿਰ ਕਹਿੰਦੇ ਮੁੜ ਕੇ ਸਾਰੀ ਸੁਣਾਓ। ਇਹ ਕਾਰਨ ਕੀ ਹੈ? ਕਾਰਨ ਇਹ ਹੈ ਵੀ ਧਿਆਨ ਨਹੀਂ ਹੈ ਕੰਨਾਂ ਦੇ ਵਿੱਚ। ਜਿੰਨਾ ਚਿਰ ਧਿਆਨ ਨਹੀਂ ਆਉਂਦਾ ਕੰਨ ਨਹੀਂ ਸੁਣਦੇ।
ਜਿਹੜੇ ਸਿੱਧ ਤੇ ਸਾਧਕ ਤੇ ਦੇਵਤੇ ਨੇ ਤਰਸਦੇ ਨੇ ਕਿ ਸਾਨੂੰ ਬਾਣੀ ਸੁਣਨ ਨੂੰ ਮਿਲੇ। ਇਸ ਕਰਕੇ ਜਿੱਥੇ ਬਾਣੀ ਦਾ ਕੀਰਤਨ ਹੁੰਦਾ ਹੈ ਉੱਥੇ ਇਹ ਜਿਹੜੀਆਂ ਰੂਹਾਂ ਨੇ, ਜਿਹੜੇ ਇਹ ਸਰੀਰੀ ਲੋਕ ਨੇ ਆ ਕੇ ਬਾਣੀ ਸੁਣਦੇ ਨੇ, ਜਾਂ ਬ੍ਰਹਮ ਗਿਆਨੀ ਗੁਰਮੁਖ ਦੀ ਸੰਗਤ ਭਾਲਦੇ ਫਿਰਦੇ ਨੇ ਕਿ ਸਾਨੂੰ ਕਿਤੇ ਮਿਲ ਜਾਏ। ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ, ਕਈ ਕਹਿੰਦੇ ਜੀ ਹੁਣ ਮਨੋ ਕਲਪਿਤ ਗੱਲਾਂ ਜਦੋਂ ਇਹ ਸੁਣਾਈ ਜਾ ਰਹੇ ਨੇ, ਜਦੋਂ ਈਰਖਾ ਹੋਵੇ ਫਿਰ ਲੱਭਦਾ ਕੁਝ ਨਹੀਂ, ਫਿਰ ਇਹੀ ਕਹਿਣਾ ਹੁੰਦਾ। ਇੱਕ ਇੱਕ ਗੱਲ ਦੀ ਨਾਲ ਬਾਣੀ ਗਵਾਹੀ ਦਿੰਦੀ ਹੈ। ਬਾਣੀ ਪੜ੍ਹ ਕੇ ਵੇਖੋ, ਬ੍ਰਹਮ ਗਿਆਨੀ ਕੋ ਖੋਜੈ ਹੈ ਮਹੇਸ਼ਵਰ। ਮਹੇਸ਼ਵਰ ਕੌਣ ਹੈ? ਮਹੇਸ਼ ਹੈ ਸ਼ਿਵ ਜੀ, ਤੇ ਮਹੇਸ਼ਵਰ ਦਾ ਅਰਥ ਹੈ ਹੋਰ ਵੀ ਨਾਲ ਦੇ ਦੇਵਤੇ ਬ੍ਰਹਮ ਗਿਆਨੀ ਨੂੰ ਲੱਭਦੇ ਫਿਰਦੇ ਨੇ ਕਿ ਕਿਤੇ ਇਹਦੀ ਸੰਗਤ ਮਿਲ ਜਾਏ। ਇਸ ਕਰਕੇ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਨਾ, ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰਦੇ ਹੋ, ਕੋਈ ਅਭਿਆਸ ਕਰਨਾ ਸ਼ੁਰੂ ਕਰਦੇ ਹੋ, ਕਿਸੇ ਗੁਰਮੁਖ ਤੋਂ ਪੁੱਛ ਲਿਆ ਕਰੋ, ਸੰਗਤ ਕਰ ਲਿਆ ਕਰੋ ਥੋੜ੍ਹੀ ਜਿਹੀ। ਇਹ ਐਵੇਂ ਸਾਡੇ ਲੋਕਾਂ ਨੇ ਭਟਕਾ ਦਿੱਤਾ ਜੀ। ਬਾਣੀ ਤੇ ਇੱਕ ਵਿਦਿਆ ਸੀ, ਭਾਵੇਂ ਨੈੱਟ ਤੋਂ ਪੜ੍ਹ ਕੇ ਸਿੱਖ ਬਣ ਜਾਓ। ਹੁਣ ਤੇ ਗੁਰੂ ਗ੍ਰੰਥ ਸਾਹਿਬ ਮੋਬਾਈਲ ਦੇ ਵਿੱਚ ਆ ਗਿਆ, ਹੁਣ ਸੰਗਤ ਦੀ ਕੀ ਲੋੜ ਹੈ, ਹੁਣ ਗੁਰਦੁਆਰੇ ਦੀ ਕੀ ਲੋੜ ਹੈ। ਨਹੀਂ, ਇਹਨਾਂ ਭੋਲਿਆਂ ਨੂੰ ਪਤਾ ਹੀ ਕੱਖ ਨਹੀਂ ਹੈ। ਇਹਨਾਂ ਨੂੰ ਪਤਾ ਹੀ ਨਹੀਂ ਵੀ ਬਾਣੀ ਇਕੱਲਿਆਂ ਨਹੀਂ ਕਮਾਉਣੀ ਚਾਹੀਦੀ, ਗੁਰਮੁਖ ਦੀ ਸੰਗਤ ਵਿੱਚ 5 ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਕਮਾਉਣੀ ਚਾਹੀਦੀ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ, 10 ਪਾਤਸ਼ਾਹਾਂ ਦੇ ਚਰਨਾਂ ਵਿੱਚ। ਕਿਉਂਕਿ ਜਿੱਥੇ ਅਸੀਂ ਬਾਣੀ ਪੜ੍ਹਦੇ ਹਾਂ ਨਾ, ਉੱਥੇ ਆਲੇ ਦੁਆਲੇ ਜਿਹੜੀਆਂ ਤਰੰਗਾਂ ਨੇ ਉਹ ਠੰਡਕ ਪੈਦਾ ਕਰਦੀਆਂ ਨੇ। ਜਦੋਂ ਠੰਡਕ ਪੈਦਾ ਕਰਦੀਆਂ ਨੇ ਤੇ ਹੋ ਸਕਦਾ ਹੈ ਕੁਝ ਐਂਟੀ ਐਨਰਜੀਆਂ ਬ੍ਰਹਿਮੰਡ ਦੀਆਂ, ਜਿਹੜੀਆਂ ਵਿਰੋਧੀ ਸ਼ਕਤੀਆਂ ਹਨ ਨਾਮ ਦੇ, ਜਾਂ ਕਲਯੁਗ ਦੀਆਂ ਸ਼ਕਤੀਆਂ ਕਹਿ ਲੈ, ਭਟਕਦੀਆਂ ਹੋਈਆਂ ਸ਼ਕਤੀਆਂ, ਉਹ ਸੜਦੀਆਂ ਬਲਦੀਆਂ, ਉਹਨਾਂ ਨੂੰ ਇੱਥੇ ਛਾਂ ਲੱਭਦੀ ਜਿੱਥੇ ਬਾਣੀ ਦਾ ਪਾਠ ਹੁੰਦਾ ਹੈ। ਇਸ ਕਰਕੇ ਬਹੁਤੇ ਅਭਿਆਸੀਆਂ ਦੇ ਲੋਕਾਂ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ। ਉਹ ਕਹਿੰਦੇ ਪਾਠ ਕਰਨੇ ਆ ਤੇ ਕਈ ਵਾਰੀ ਹਾਲਾਤ ਹੋਰ ਤਰ੍ਹਾਂ ਦੀ ਬਣ ਜਾਂਦੀ ਹੈ, ਇੰਝ ਲੱਗਦਾ ਜਿਵੇਂ ਕੋਲ ਕੋਈ ਖੜਾ। ਹੁਣ ਇਹਦੇ ਵਿੱਚ ਡਰਨ ਵਾਲੀ ਗੱਲ ਨਹੀਂ ਹੈ ਤੇ ਨਾ ਹੀ ਕਲਪਨਾ ਕਰਨ ਦੀ ਗੱਲ ਹੈ। ਇਸ ਲਈ ਪੁਰਾਣੇ ਜਿਹੜੇ ਸਿੱਖ ਸਨ, ਉਹ ਜਦੋਂ ਬਾਣੀ ਪੜ੍ਹਦੇ ਸੀ ਤੇ ਪਹਿਲਾਂ ਰੱਖਿਆ ਦੇ ਸ਼ਬਦ ਪੜ੍ਹਦੇ ਹੁੰਦੇ ਸੀ। ਪਹਿਲਾਂ ਬਾਣੀ ਤੋਂ ਰੱਖਿਆ ਦੇ ਸ਼ਬਦ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਰ ਦੁਖ ਲਗਾ ਨਾ ਭਾਈ, ਜਾਂ ਹੋਰ ਸ਼ਬਦ ਸਨ ਰੱਖਿਆ ਦੇ। ਕਿਉਂ ਪੜ੍ਹੇ ਜਾਂਦੇ ਸਨ? ਕਿਉਂਕਿ ਉਹ ਸਿਕਿਉਰਿਟੀ ਦਿੰਦੇ ਸਨ ਸ਼ਬਦ ਜਿਹੜੇ ਨੇ, ਜੋ ਅਭਿਆਸ ਕਰਨਾ, ਜੋ ਸ਼ਬਦ ਦਾ ਅਭਿਆਸ ਕਰਨਾ। ਪਰ ਹੁਣ ਇਹ ਗੱਲ ਮੈਂ ਵੀ ਇੰਝ ਕਹਿ ਲਓ ਵੀ ਸਿਰ ਤਲੀ ਤੇ ਧਰ ਕੇ ਤੁਹਾਨੂੰ ਕਹਿ ਰਿਹਾ, ਇਸ ਗੱਲ ਨੂੰ ਵਹਿਮ ਕਹਿਣ ਵਾਲੇ ਬੜੇ ਸਾਡੇ ਵਿੱਚ ਜੰਮ ਪਏ ਨੇ ਤੇ ਸੰਗਤ ਭਟਕਦੀ ਫਿਰਦੀ ਹੈ। ਫਿਰ ਅਸੀਂ ਡੇਰਿਆਂ ਵਾਲਿਆਂ ਨੂੰ ਗਾਲਾਂ ਕੱਢਦੇ ਹਾਂ ਵੀ ਇਹ ਡੇਰਿਆਂ ਤੇ ਕਿਉਂ ਜਾ ਰਹੇ ਨੇ, ਇਹ ਕੰਨਾਂ ਵਿੱਚ ਮੰਤਰ ਕਿਉਂ ਲੈ ਰਹੇ ਨੇ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਧਿਆਤਮ ਪੱਖ ਸੰਗਤ ਨਾਲ ਸਾਂਝਾ ਹੀ ਨਹੀਂ ਕਰਨਾ, ਜਦੋਂ ਅਸੀਂ ਸ਼ਬਦ ਸੁਰਤ ਦੀ ਗੱਲ ਹੀ ਸੰਗਤ ਨਾਲ ਸਾਂਝੀ ਨਹੀਂ ਕਰਨੀ। ਤੇ ਸੰਗਤ ਤਾਂ ਬਾਣੀ ਪੜ੍ਹਦੀ ਹੈ, ਸਿਮਰਨ ਕਰਦੀ, ਉਹਨਾਂ ਨੂੰ ਤੇ ਸੰਗਤ ਦੀ ਲੋੜ, ਉਹਨਾਂ ਦੇ ਸਵਾਲ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ। ਉਹ ਹੱਲ ਕਿੰਨੇ ਕਰਨੇ ਨੇ? ਅਸੀਂ ਅੱਗੋਂ ਖਾਣ ਨੂੰ ਪੈਂਦੇ ਹਾਂ ਵੀ ਜਿਵੇਂ ਕੋਈ ਸਕੂਲ ਹੁੰਦਾ ਹੈ ਵੀ ਘੰਟੀ ਵੱਜੀ ਤੇ ਆਓ ਤੇ ਜਾਓ। ਨਹੀਂ ਸਾਧ ਸੰਗਤ ਜੀ, ਸਿੱਖੀ ਇਹ ਹੈ ਨਹੀਂ ਸੀ। ਇਹ ਸਿੱਖੀ ਨੂੰ ਅਸੀਂ ਹੋਰ ਰੂਪ ਦੇ ਦਿੱਤਾ ਹੈ। ਸਿੱਖੀ ਇੱਕ ਆਪਸ ਵਿੱਚ ਸੰਵਾਦ ਸੀ, ਗੱਲਬਾਤ ਸੀ, ਤਾਂ ਵਿਕਾਸ ਹੁੰਦਾ। ਸੋ ਸਾਧ ਸੰਗਤ ਜੀ, ਆਪਣੀ ਵਿਚਾਰ ਵਾਲੇ ਪਾਸੇ ਆਵਾਂ ਕਿ ਇਸ ਬਾਣੀ ਨੂੰ ਚਾਰੇ ਯੁੱਗ ਵਿੱਚ ਕਿਉਂ ਕਿਹਾ ਹੈ? ਪ੍ਰਕਾਸ਼ ਤੇ 1604 ਵਿੱਚ ਹੋਇਆ, ਤੇ ਜੇ ਈਸਾ ਮਸੀਹ ਤੋਂ ਸ਼ੁਰੂ ਕਰੀਏ ਤੇ 1604 ਸਾਲ ਹੋਏ ਇਸ ਯੁੱਗ ਦੇ ਵਿੱਚ। ਕਹਿ ਲਓ ਜੇ ਜ਼ਿਆਦਾ ਵੀ ਲਾ ਲਓ ਤੁਸੀਂ, ਮੇਰੇ ਕਹਿਣ ਤੋਂ ਭਾਵ ਇਹ 3 ਯੁੱਗ ਤਾਂ ਪਿੱਛੇ ਲੰਘ ਗਏ ਨਾ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਕਹਿੰਦੇ ਹੋ ਵੀ 4 ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ। ਉਦੋਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਤੇ ਪ੍ਰਕਾਸ਼ ਹੈ ਨਹੀਂ ਸੀ। ਤੁਸੀਂ ਕਹਿੰਦੇ ਉਦੋਂ ਵੀ ਬਾਣੀ ਹੀ ਤਾਰਦੀ ਸੀ। ਹਾਂ, ਬਾਣੀ ਤਾਰਦੀ ਸੀ। ਹੁਣ ਮੈਂ ਆਪ ਜੀ ਨੂੰ ਇੱਕ ਡੂੰਘੀ ਜੀ ਗੱਲ ਕਹਿਣ ਲੱਗਾ, ਧਿਆਨ ਦਿਓਗੇ ਤੇ ਸਮਝ ਵਿੱਚ ਆਏਗਾ। ਵੈਸੇ ਗੱਲਾਂ ਕਥਾ ਵਿੱਚ ਰੋਜ਼ ਹੋਣ ਤੇ ਸੰਗਤ ਆਪੇ ਪਕੜ ਕਰਨ ਲੱਗ ਜਾਂਦੀ ਹੈ,
ਪਰ ਅਸੀਂ ਆਪਣਾ ਘੱਟਾ ਮਿੱਟੀ ਉਡਾ ਕੇ ਪਾਸੇ ਹੁੰਦੇ ਹਾਂ। ਇਸ ਕਰਕੇ ਉਦੋਂ ਕਿਹੜਾ ਸਰੂਪ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਜੇ ਪ੍ਰਕਾਸ਼ ਨਹੀਂ ਸੀ ਹੋਇਆ 1604 ਦੇ ਵਿੱਚ। ਉਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨਿਰਾਕਾਰ ਰੂਪ ਦੇ ਵਿੱਚ ਸਾਰੇ ਬ੍ਰਹਿਮੰਡ ਵਿੱਚ ਸ਼ਬਦ ਦੀ ਸ਼ਕਤੀ ਦੇ ਰੂਪ ਦੇ ਵਿੱਚ ਸਨ। ਸਾਰੇ ਥਾਵਾਂ ਤੇ ਮੌਜੂਦ ਸਨ। ਸਭ ਥਾਵਾਂ ਤੇ ਗੁਪਤ ਰੂਪ ਜਲ ਥਲ ਮਈਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਸਾਰੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਸਨ, ਪਰ ਪ੍ਰਗਟ ਨਹੀਂ ਸਨ ਹੋਏ, ਗੁਪਤ ਸਨ। ਗੁਰੂ ਗ੍ਰੰਥ ਸਾਹਿਬ ਪ੍ਰਗਟ ਨਹੀਂ ਸਨ ਹੋਏ। ਤੇ ਜਿਨ੍ਹਾਂ ਨੂੰ ਕਿਰਪਾ ਵੀ ਹੋਈ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਦੋਂ ਪ੍ਰਗਟ ਨਹੀਂ ਕਰ ਸਕੇ। ਹੋਰ ਤਵੱਜੋ ਦੇਣਾ, ਬਾਣੀ ਨੂੰ ਉਹ ਪ੍ਰਗਟ ਉਦੋਂ ਨਹੀਂ ਕਰ ਸਕੇ, ਕਿਉਂਕਿ ਬਾਣੀ ਨੂੰ ਪ੍ਰਗਟ ਨਾ ਅਵਤਾਰ ਕਰ ਸਕਦੇ ਸਨ, ਨਾ ਦੇਵਤੇ ਕਰ ਸਕਦੇ ਸਨ, ਨਾ ਕੋਈ ਹੋਰ ਕਰ ਸਕਦਾ ਸੀ। ਬਾਣੀ ਨੂੰ ਪ੍ਰਗਟ ਸਿਰਫ ਪਰਮੇਸ਼ਰ ਆਪ ਕਰ ਸਕਦਾ ਸੀ, ਕਿਉਂਕਿ ਪਰਮੇਸ਼ਰ ਬਾਣੀ ਸਰੂਪ ਹੈ। ਹੋਰ ਕਿਸੇ ਤੋਂ ਪ੍ਰਗਟ ਨਹੀਂ ਸੀ ਹੋਣੀ। ਹੋਰ ਕਿਸੇ ਤੋਂ ਪੜ੍ਹ ਕੇ ਸਟੇਟਮੈਂਟ ਨਹੀਂ ਸੀ ਦਿੱਤੀ ਜਾਣੀ ਕਿ ਉਹ ਜਿਹੜਾ ਗੁਪਤ ਸ਼ਬਦ ਹੈ ਉਹ ਕੀ ਹੈ। ਇੱਕ ਉਦਾਹਰਨ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਦੇ ਦਿੰਦਾ, ਹੋਰ ਗੱਲ ਸਪਸ਼ਟ ਹੋ ਜਾਏਗੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਨੀਆਂ ਜਾ ਕੇ। ਕਲਯੁਗ ਬਾਬੇ ਤਾਰਿਆ, ਬਾਬਾ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਨੂੰ ਤਾਰਿਆ। ਕਿਵੇਂ ਤਾਰਿਆ? ਕਲਯੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤਰ ਸੁਣਾਇਆ। ਸਤਨਾਮ, ਸਤ ਮੈਨੇ ਜੋ ਸਦਾ ਹੈ, ਜੋ ਪਹਿਲਾਂ ਵੀ ਨਾਮ ਸਰੂਪ ਸ਼ਬਦ ਸਰੂਪ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਪਤ ਸੀ ਸਾਰੇ ਬ੍ਰਹਿਮੰਡ ਦੇ ਵਿੱਚ, ਉਹ ਆਪ ਪਰਮੇਸ਼ਰ ਨੇ ਸਰੀਰ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ। ਹੁਣ ਇਹ ਦੋ ਸ਼ਬਦ ਨੇ, ਧਿਆਨ ਦੇਣਾ ਥੋੜਾ ਜਿਹਾ। ਗੁਰੂ ਸਾਹਿਬ ਨੇ ਇੱਕ ਐਸੇ ਗੁਰੂ ਨਾਲ ਸਾਨੂੰ ਜੋੜ ਦਿੱਤਾ ਜੋ ਨਿਰੰਕਾਰ ਵੀ ਹੈ ਤੇ ਆਕਾਰ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਵੀ ਹੈ। ਅੱਖਰ ਨੇ ਜਿਹੜੇ ਸ਼ਬਦ ਨੇ ਇਹ ਆਕਾਰ ਹੈ। ਤੇ ਜਦੋਂ ਅੱਖਰ ਆਪਾਂ ਬੋਲਨੇ ਆ, ਜਿਵੇਂ ਮੈਂ ਹੁਣ ਕੋਈ ਤੁਕ ਪੜ੍ਹਦੇ ਹਾਂ, ਜਿਵੇਂ ਪਹਿਲੀ ਤੁਕ ਹੈ ਮੇਰੇ ਮਨ ਅਨਦਿਨ ਜਾਗ ਹਰ ਚੇਤ। ਜਦੋਂ ਮੈਂ ਪੜ੍ਹਿਆ ਤੇ ਉਦੋਂ ਆਕਾਰ ਤੋਂ ਪੜ੍ਹਿਆ ਨਾ ਮੈਂ, ਤੇ ਹੁਣ ਜਦੋਂ ਪੜ੍ਹ ਲਿਆ ਸ਼ਬਦ ਗੁਪਤ ਹੋ ਗਿਆ, ਨਿਰਾਕਾਰ ਹੋ ਗਿਆ। ਹੁਣ ਉਹ ਗੱਲ ਸੂਖਮ ਹੋ ਗਈ ਹੈ। ਸਮਝੋ ਇਸ ਗੱਲ ਨੂੰ ਗੁਰਸਿੱਖੋ, ਬਾਣੀ ਨੇ ਤਾਂ ਰਾਹ ਦੇਣਾ ਹੈ। ਐਵੇਂ ਨਾ ਭਟਕਦੇ ਫਿਰੋ। ਇਹ ਡੇਰੇ ਤਾਂ ਖੁੱਲ੍ਹੇ ਨੇ, ਅਸੀਂ ਇਹਨਾਂ ਗੱਲਾਂ ਦੀ ਵਿਆਖਿਆ ਨਹੀਂ ਕੀਤੀ। ਡੇਰੇ ਸਾਡੀ ਨਲਾਇਕੀ ਦੀ ਉਪਜ ਨੇ, ਨਾ ਕਿ ਕਿਸੇ ਹੋਰ ਗੱਲ ਦੀ। ਹੁਣ ਭਾਵੇਂ ਕਹੇ ਜੀ ਫਲਾਣਾ ਜੀ ਆ ਜੀ ਉਹਨਾਂ ਨੇ ਪਖੰਡੀ ਹੈ, ਠੱਗ ਹੈ। ਉਹ ਠੱਗ ਪੈਦਾ ਕਿਉਂ ਹੋਏ? ਸਾਡੇ ਪੱਲੇ ਕੱਖ ਨਹੀਂ ਸੀ ਤਾਂ ਠੱਗ ਪੈਦਾ ਹੋਏ ਨੇ। ਆ ਗੁਰੂ ਤੇਗ ਬਹਾਦਰ ਸਾਹਿਬ ਹੈ ਸਨ ਅਸਲੀਅਤ ਦੇ ਵਿੱਚ। 22 ਮੰਜੀਆਂ ਵਾਲੇ ਭੱਜੇ ਨਾ ਚੁੱਕ ਕੇ ਸਰਾਣੇ ਆਪਣੇ। ਸਾਡੇ ਤੋਂ ਕਿਉਂ ਨਹੀਂ ਭੱਜਦੇ? ਸਾਡੇ ਤੋਂ ਕਿਉਂ ਨਹੀਂ ਜਾਂਦੇ? ਸਾਡੇ ਕੋਲ ਅਸਲੀਅਤ ਨਹੀਂ ਰਹੀ। ਅਸੀਂ ਤਿੰਨਾਂ ਗੁਣਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰ ਰਹੇ ਹਾਂ। ਬਸ ਸੰਸਾਰ ਦੀਆਂ ਗੱਲਾਂ, ਨੂੰਹਾਂ ਧੀਆਂ ਦੀਆਂ ਗੱਲਾਂ, ਹੋਰ ਇੱਧਰੋਂ ਉੱਧਰੋਂ ਇਕੱਠਾ ਕਰਕੇ ਧੂੜ ਤੱਪਾ ਉਡਾ ਕੇ ਤੇ ਪਾਸੇ ਹੋਏ। ਨਹੀਂ ਸਾਧ ਸੰਗਤ ਜੀ, ਗੁਰੂ ਕਿਰਪਾ ਕਰੇ ਆਪਾਂ ਉਹ ਗੱਲ ਕਰੀਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਮੰਡਲ ਵਿੱਚ, ਇਸ ਧਰਤੀ ਦੇ ਉੱਤੇ ਜੋਤ ਪ੍ਰਗਟ ਕਰ ਦਿੱਤੀ ਗੁਰੂ ਨਾਨਕ ਸਾਹਿਬ ਨੇ। ਕਲਯੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤਰ ਸੁਣਾਇਆ। ਹੁਣ ਇਹਦੇ ਤੋਂ ਪਹਿਲਾਂ ਕੁਝ ਉਸ ਮੰਤਰ ਨੂੰ, ਉਸ ਸੱਚੇ ਨਾਮ ਨੂੰ ਕੋਈ ਪ੍ਰਗਟ ਨਹੀਂ ਸੀ ਕਰ ਸਕਿਆ। ਉਸ ਸੂਖਮ ਨਾਮ ਨੂੰ ਕਿਸੇ ਵਿੱਚ ਪ੍ਰਗਟ ਕਰਨ ਦੀ ਸ਼ਕਤੀ ਹੀ ਨਹੀਂ ਸੀ ਗੁਰੂ ਸਾਹਿਬ ਤੋਂ ਬਿਨਾਂ। ਗੁਰੂ ਸਾਹਿਬ ਨੇ ਪ੍ਰਗਟ ਕੀਤਾ ਉਸ ਨਾਮ ਨੂੰ। ਤੇ ਫਿਰ ਗੁਰੂ ਸਾਹਿਬ ਨੇ ਸਾਡੇ ਵਾਸਤੇ ਜੇ ਸਿੱਧਾ ਕਹਿ ਦਿੰਦੇ ਵੀ ਵਾਹਿਗੁਰੂ, ਤਾਂ ਫਿਰ ਗੱਲ ਪੂਰੀ ਨਹੀਂ ਸੀ ਖੁੱਲ੍ਹਣੀ। ਜਾਂ ਸਿੱਧਾ ਕਹਿ ਦਿੰਦੇ ਇੱਕ ਓਂਕਾਰ, ਉਹ ਫਿਰ ਇੱਕ ਓਂਕਾਰ ਦੀ ਵਿਆਖਿਆ ਇੰਨੀ ਲੰਮੀ ਕੀਤੀ, ਸਰਲ ਕਰਕੇ, ਸੌਖੀ ਕਰਕੇ, ਕਿ ਉਹ 1430 ਅੰਗਾਂ ਤੱਕ ਚਲੀ ਗਈ। ਕਿਉਂ?
ਸਾਡੇ ਭਲੇ ਵਾਸਤੇ ਵੀ ਇਹਨਾਂ ਨੂੰ ਸਮਝ ਆ ਜਾਏ। ਇੱਕ ਮੈਂ ਹੋਰ ਬੇਨਤੀ ਕਰਾਂ, ਜਦੋਂ ਪਹਿਲੀ ਵਾਰੀ ਸ਼ਬਦ ਪ੍ਰਗਟ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ, ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਜਿਹੜੀ ਹੈ ਉਹ ਬੜੀ ਕਹਿ ਲਓ ਵੀ ਯਤਨ ਕਰਕੇ ਸਮਝ ਵਿੱਚ ਆਉਂਦੀ ਹੈ। ਤੁਸੀਂ ਜਿਹੜੇ ਬਾਣੀ ਪੜ੍ਹਦੇ ਹੋ ਤੁਸੀਂ ਵੇਖ ਲੈਣਾ ਧਿਆਨ ਦੇ ਨਾਲ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਿੱਧਾ ਅਜੇ ਡਾਇਰੈਕਟ ਪ੍ਰਮਾਤਮਾ ਉੱਥੋਂ ਬੋਲਿਆ, ਪ੍ਰਗਟ ਹੋਇਆ, ਉਹ ਇੰਨੀ ਜਲਦੀ ਸਮਝ ਵਿੱਚ ਨਹੀਂ ਆਉਂਦੇ ਸ਼ਬਦ ਗੁਰੂ ਨਾਨਕ ਦੇਵ ਜੀ ਦੇ। ਬੜੇ ਵਿਸ਼ੇ ਨੇ, ਠੀਕ ਹੈ ਅਸੀਂ ਕਥਾ ਕਰ ਦਿੰਦੇ ਹਾਂ, ਟੀਕਿਆਂ ਵਿੱਚੋਂ ਪੜ੍ਹ ਕੇ ਸੁਣਾ ਦਿੰਦੇ ਹਾਂ, ਪਰ ਉਹਦੇ ਤੱਤ ਨਹੀਂ ਸਾਨੂੰ ਲੱਭਦੇ। ਫਿਰ ਗੁਰੂ ਅੰਗਦ ਦੇਵ ਜੀ ਦੇ ਟਾਈਮ ਬਾਣੀ ਥੋੜ੍ਹੀ ਜਿਹੀ ਹੋਰ ਸਰਲ ਹੋ ਗਈ। ਗੁਰੂ ਹੌਲੀ ਹੌਲੀ ਸਾਡੇ ਤੱਕ ਆ ਰਿਹਾ ਹੈ। ਗੁਰੂ ਨੇ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਤੇ ਗੁਰੂ ਗ੍ਰੰਥ ਸਾਹਿਬ ਤੱਕ ਸਾਡੇ ਨਾਲ ਆ ਕੇ ਇੱਕਮਿਕ ਹੋਣਾ ਹੈ, ਸਾਡੇ ਤੱਕ ਆਉਣਾ ਹੈ, ਕਿਉਂਕਿ ਅਸੀਂ ਉੱਥੇ ਨਹੀਂ ਜਾ ਸਕਦੇ ਜਿੱਥੇ ਪ੍ਰਮਾਤਮਾ ਹੈ। ਗੁਰੂ ਦਾ ਮਤਲਬ ਹੀ ਇਹ ਹੈ, ਅਸੀਂ ਪ੍ਰਮਾਤਮਾ ਤੱਕ ਨਹੀਂ ਜਾ ਸਕਦੇ। ਇਸ ਕਰਕੇ ਪ੍ਰਮਾਤਮਾ ਨੇ 10 ਸਰੀਰ ਧਾਰ ਕੇ ਇੱਕ ਇੱਕ ਕਦਮ ਥੱਲੇ ਨੂੰ ਆਉਣਾ ਸ਼ੁਰੂ ਕੀਤਾ। ਗੁਰੂ ਅੰਗਦ ਦੇਵ ਜੀ ਥੋੜ੍ਹੇ ਜਿਹੇ ਹੋਰ ਥੱਲੇ ਉਤਰ ਗਏ, ਭਾਸ਼ਾ ਥੋੜ੍ਹੀ ਜਿਹੀ ਹੋਰ ਸਰਲ ਹੈ। ਆ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਥੋੜ੍ਹੀ ਜਿਹੀ ਹੋਰ ਸਰਲ ਹੋ ਗਈ, ਹੋਰ ਨੇੜੇ ਆ ਗਏ ਸਾਡੇ। ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨਾਂ ਬਾਣੀਆਂ ਦੇ ਵਿੱਚ ਕੋਈ ਫਰਕ ਹੈ। ਗੱਲ ਮੈਂ ਇੱਕ ਥਾਂ ਤੇ ਸੁਣਾਈ ਸੀ, ਕਿਤੇ ਸਮਝੀ ਨਾ, ਉਹ ਬਾਅਦ ਵਿੱਚ ਬਹਿਸ ਕਰਨ ਵਾਸਤੇ ਆ ਗਏ। ਕਹਿੰਦੇ ਤੁਸੀਂ ਬਾਣੀ ਨੂੰ ਕਹਿੰਦੇ ਹੋ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੋਰ ਹੈ ਤੇ 9ਵੇਂ ਪਾਤਸ਼ਾਹ ਦੀ ਹੋਰ ਹੈ। ਉਹ ਮੈਂ ਕਿਹਾ ਭਾਈ ਸੁਣ ਤੇ ਲਿਆ ਕਰੋ, ਉਹ ਕੰਨਾਂ ਤੋਂ ਕੰਮ ਲਿਆ ਕਰੋ, ਕੋਈ ਸੋਚਿਆ ਕਰੋ, ਪੁੱਛ ਸਕਦੇ ਹੋ, ਕੋਈ ਹਰਜ ਨਹੀਂ। ਪਰ ਮੈਂ ਪੂਰਾ ਘੰਟਾ ਇਹਦੇ ਉੱਤੇ ਜ਼ੋਰ ਲਾਇਆ ਵੀ ਸਮਝ ਆ ਜਾਏ। ਬਾਣੀ ਇੱਕੋ ਹੀ ਹੈ, ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਨੇ ਜਾਂ 10ਵੇਂ ਪਾਤਸ਼ਾਹ ਉਚਾਰਨ ਕਰਦੇ ਨੇ ਜਾਂ ਭਗਤ ਉਚਾਰਨ ਕਰਦੇ ਨੇ, ਬਾਣੀ ਵੱਖਰੀ ਨਹੀਂ। ਪਰ ਉਹਨੂੰ ਜਦੋਂ ਟਰਾਂਸਲੇਟ ਕਰਨਾ, ਉਹਦੇ ਸ਼ਬਦ ਜਿਹੜੇ ਨੇ ਸਰਲ ਤੇ ਕਠਿਨ ਹੋ ਸਕਦੇ। ਜਦੋਂ ਤੀਜੇ ਪਾਤਸ਼ਾਹ ਦੀ ਆਈ ਬਾਣੀ ਹੋਰ ਸਰਲ ਹੋ ਗਈ, ਚੌਥੇ ਪਾਤਸ਼ਾਹ ਦੀ ਆਈ ਹੋਰ ਸਰਲ ਹੋ ਗਈ, ਤੇ 5ਵੇਂ ਪਾਤਸ਼ਾਹ ਦੀ ਬਾਣੀ ਮਹਾਰਾਜ ਨੇ ਵੇਖਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਦਿਮਾਗ ਸਰੀਰ ਇੰਨੇ ਤਗੜੇ ਨਹੀਂ ਹੋਣੇ। ਮਹਾਰਾਜ ਨੇ ਬਿਲਕੁਲ ਹੀ ਸਰਲ ਬਾਣੀ ਉਚਾਰਨ ਕੀਤੀ। ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ, ਧੁਰ ਕੀ ਬਾਣੀ ਆਈ। ਗੁਰੂ ਨਾਨਕ ਦੇਵ ਜੀ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ। ਤਾਂ ਮਹਾਰਾਜ ਉਹਨੂੰ ਸੁਖਮਣੀ ਸਾਹਿਬ ਦੇ ਵਿੱਚ ਸਰਲ ਕਰਦੇ ਗਏ, ਸਰਲ ਕਰਦੇ ਗਏ, ਸੌਖਾ ਕਰਦੇ ਗਏ। ਤੇ 9ਵੇਂ ਪਾਤਸ਼ਾਹ ਦੀ ਬਾਣੀ ਬਿਲਕੁਲ ਹੀ ਸਰਲ ਹੈ, ਬਿਲਕੁਲ ਹੀ ਸਿੱਧੀ ਹੈ। 59 ਸ਼ਬਦ ਤੁਸੀਂ ਆਪਾਂ ਪਿੱਛੇ ਮਹਾਰਾਜ ਨੇ ਕਿਰਪਾ ਕੀਤੀ ਸੀ, ਕਥਾ ਵੀ ਹੋਈ ਸੀ ਇੱਥੇ ਸ਼ਬਦਾਂ ਦੀ। ਕਿਉਂ? ਗੁਰੂ ਸਾਡੇ ਨੇੜੇ ਆ ਰਿਹਾ ਹੈ ਤੇ ਗੁਰੂ ਐਡਾ ਦਿਆਲੂ ਏ, ਨੇੜੇ ਆਉਂਦਾ ਆਉਂਦਾ ਇੰਨਾ ਨੇੜੇ ਆ ਗਿਆ ਕਿ ਜਦੋਂ 10ਵਾਂ ਜਾਮਾ ਧਾਰਿਆ ਉਦੋਂ ਬਾਣੀ ਦਾ ਅੰਮ੍ਰਿਤ ਬਣਾ ਕੇ ਸਾਨੂੰ ਪਿਆ ਕੇ ਤੇ ਸਾਡੇ ਅੱਗੇ ਗੋਡੇ ਮੂੰਹ ਦੇ ਮਾਰ ਕੇ ਹੱਥ ਜੋੜ ਕੇ ਖਲੋ ਗਿਆ, ਕਹਿੰਦੇ ਅੰਮ੍ਰਿਤ ਮੈਨੂੰ ਵੀ ਦੇ ਦਿਓ। ਗੁਰੂ ਕਿੱਡਾ ਦਿਆਲੂ ਹੈ। ਕਿੱਥੋਂ ਸ਼ੁਰੂ ਹੋਇਆ? ਉੱਤੋਂ ਆ ਕੇ ਥੱਲੇ ਸਾਡੇ ਬਰਾਬਰ ਆ ਕੇ, ਬਰਾਬਰ ਵੀ ਨਹੀਂ। ਇਸ ਲਈ ਭਾਈ ਗੁਰਦਾਸ ਜੀ ਦੂਜੇ ਕਹਿੰਦੇ ਨੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਚੇਲੇ ਤੱਕ ਚਲਾ ਗਿਆ ਗੁਰੂ ਜਿਹੜਾ। ਕਿਉਂ? ਚੇਲਿਆਂ ਨੂੰ ਸਿਖਾਉਣਾ ਸੀ ਇੱਦਾਂ ਜੀਵੀਦਾ ਹੈ, ਇੱਦਾਂ ਰਹੀਦਾ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਇਹ ਮੈਂ ਗੱਲ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਵੀ ਅਸੀਂ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਸਾਡੇ ਵਿੱਚ ਬੜਾ ਭਰਮ ਚੱਲ ਰਿਹਾ ਹੈ। ਆਪੋ ਆਪਣੀ ਪੜ੍ਹਾਈ ਦੇ ਮੁਤਾਬਕ ਹਰ ਇੱਕ ਬੰਦਾ ਗੱਲਾਂ ਕਰੀ ਜਾਂਦਾ ਹੈ। ਕੋਈ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਫਲਾਣੇ ਅਵਤਾਰ ਦੇ ਅੰਸ਼ਾ ਅਵਤਾਰ ਸਨ, ਕੋਈ ਕਹਿੰਦਾ ਵਿਸ਼ਨੂੰ ਦੇ, ਕੋਈ ਕਹਿੰਦਾ ਸਾਹਿਬਜ਼ਾਦੇ ਉਹਦੇ ਅਵਤਾਰ ਸਨ, ਕੋਈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ। ਸਾਰਾ ਵਿਗਿਆਨ ਕੀ ਹੈ? ਕੌਣ ਕਿਹਦੇ ਵਿੱਚੋਂ ਪੈਦਾ ਹੋਇਆ? ਮੈਂ ਕੱਲ ਵੀ ਬੇਨਤੀ ਕੀਤੀ ਸੀ, ਆਦ ਗ੍ਰੰਥ ਸਭ ਤੋਂ ਮੁੱਢਲਾ ਗੁਰੂ ਗ੍ਰੰਥ ਸਾਹਿਬ ਜੀ ਹੈ, ਉਹਦੇ ਤੋਂ ਅੱਗੇ ਸਾਰੇ ਗਿਆਨ ਪੈਦਾ ਹੋਏ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ। ਹੁਣ ਵੇਦ ਉਸ ਸ਼ਬਦ ਵਿੱਚੋਂ ਪੈਦਾ ਹੋਏ ਨੇ। ਤਾਂ ਜਦੋਂ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ, ਹੁਣ ਕੋਈ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਵੀ ਕ੍ਰਿਸ਼ਨ ਜੀ ਦਾ ਜਾਂ ਰਾਮਚੰਦਰ ਜੀ ਦਾ ਜਾਂ ਜਿਹੜੇ ਅਵਤਾਰ ਹੋਏ ਨੇ ਉਹ ਆਪਣੇ, ਉਹਨਾਂ ਨੂੰ ਮੁਬਾਰਕ ਨੇ, ਸਤਿਕਾਰ ਕਰੋ।
ठीक है, पर ਇਹ ਉਦੋਂ ਬੜੀ ਗੱਲ ਸ਼ਰਮ ਦੀ ਤੇ ਹੱਦ ਵਾਲੀ ਹੋ ਜਾਂਦੀ ਜਦੋਂ ਇਸ ਵਾਰੀ ਹੁਣ ਆ ਗਿਆ ਕੰਮ ਪ੍ਰਗਟ ਹੋਣ ਲੱਗ ਗਿਆ ਵੀ ਕ੍ਰਿਸ਼ਨਾ ਤੇਰੀ ਬਾਂਸਰੀ ਉੱਤੇ ਕੌਣ ਕੌਣ ਨਹੀਂ ਨੱਚਦਾ। ਹੋ ਗਈ ਨਾ ਗੱਲ ਸ਼ੁਰੂ। ਇਹ ਕਿਉਂ ਹੋਈ ਹੈ ਪਤਾ ਉਹਨਾਂ ਨੂੰ ਵੀ ਕੋਈ ਨਹੀਂ ਹੈ। ਉਹ ਕਹਿੰਦੇ ਕ੍ਰਿਸ਼ਨ ਦਾ ਸ਼ਬਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਕ੍ਰਿਸ਼ਨ ਜੀ ਦਾ ਸ਼ਬਦ ਆਉਂਦਾ ਵੀ ਉਹ ਮਤਲਬ ਧੰਨ ਧੰਨ ਕ੍ਰਿਸ਼ਨ ਉੱਡੈ ਕਾਮਲੀ। ਤਾਂ ਇਹ ਕਹਿੰਦੇ ਕਥਾ ਸੁਣੋ, ਇਹ ਗੱਲ ਇਹ ਸ਼ਬਦ ਤੁਸੀਂ ਸਪਸ਼ਟ ਕਰਨਾ ਹੈ। ਤੇ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਉਹਨਾਂ ਦੀ ਕਥਾ ਆਈ ਹੈ ਹੁਣ ਆਡੀਓ ਦੇ ਵਿੱਚ, ਉਹ ਸੁਣੋ। ਉਹ ਇਸ ਸ਼ਬਦ ਦੇ 3 ਵਾਰੀ ਅਰਥ ਕਰਦੇ ਨੇ। ਪਹਿਲਾਂ ਕਹਿੰਦੇ ਇੱਕ ਕ੍ਰਿਸ਼ਨ ਦਾ ਭਗਤ ਜਾ ਰਿਹਾ ਸੀ ਦਵਾਰਕਾ ਤੇ ਉਹਨੇ ਭਗਤ ਜੀ ਨੂੰ ਕਿਹਾ, ਨਾਮਦੇਵ ਜੀ ਨੂੰ, ਤੁਸੀਂ ਕਿਉਂ ਨਹੀਂ ਜਾਂਦੇ, ਚੱਲੋ। ਚੁੱਪ ਕਰ ਰਹੇ। ਕਹਿੰਦੇ ਤੁਸੀਂ ਕਿਉਂ ਨਹੀਂ ਜਾਂਦੇ? ਕਹਿੰਦੇ ਜਾਨਾ ਮੈਨੂੰ ਕ੍ਰਿਸ਼ਨ ਮਿਲਿਆ, ਮੈਂ ਕ੍ਰਿਸ਼ਨ ਦੀ ਮਾਤਾ ਧੰਨ ਧੰਨ ਸੋ ਮਾਤਾ ਦੇਵਕੀ, ਸਾਰੀਆਂ ਗੱਲਾਂ ਵਰਤੀਆਂ ਨੇ। ਉਹਨੇ ਕਿਹਾ ਤੁਸੀਂ ਤੇ ਕਦੀ ਗਏ ਸੁਣੇ ਨਹੀਂ, ਕਿਤੇ ਜਾਂਦੇ ਹੀ ਨਹੀਂ। ਕਹਿੰਦੇ ਮੈਂ ਉਸ ਕ੍ਰਿਸ਼ਨ ਕੋਲ ਨਹੀਂ ਜਾਂਦਾ ਜਿਹੜਾ ਦਵਾਰਕਾ ਵਿੱਚ ਰਹਿੰਦਾ। ਮੇਰੀ ਦਵਾਰਕਾ ਸਾਰਾ ਬ੍ਰਹਮੰਡ ਹੈ, ਮੇਰਾ ਕ੍ਰਿਸ਼ਨ ਇੱਥੇ ਸਾਰੇ ਥਾਵਾਂ ਤੇ ਸਮਾਇਆ ਹੋਇਆ ਹੈ। ਉਸ ਕ੍ਰਿਸ਼ਨ ਦੀ ਗੱਲ ਹੈ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾ ਚੰਤੀ ਨਾਚਨਾ। ਸ਼ਬਦ ਪੜੋ ਭਗਤ ਜੀ ਦਾ, ਤੂੰ ਕੁੰਦਰੇ ਮੈਂ ਜੀ ਨਾਮਾ। ਉਹਨਾਂ ਨੇ ਰੂਪਕ ਦਿੱਤੇ ਨੇ, ਰੂਪਕ ਦੇ ਕੇ ਸਮਝਾਇਆ ਕਿ ਸਾਡਾ ਕ੍ਰਿਸ਼ਨ ਕੌਣ ਹੈ, ਸਾਡਾ ਰਾਮ ਕੌਣ ਹੈ, ਸਪਸ਼ਟ ਕਰਨਾ ਜ਼ਰੂਰੀ ਹੋ ਗਿਆ ਹੁਣ ਇਸ ਟਾਈਮ ਦੇ ਉੱਤੇ। ਇੱਕ ਰਾਮਚੰਦਰ ਅਵਤਾਰ ਨੇ ਜਿਹੜਾ ਤੁਸੀਂ ਹੁਣੇ ਸ਼ਬਦ ਸੁਣ ਰਹੇ ਸੀ ਰਾਗੀ ਸਿੰਘਾਂ ਤੋਂ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਇਹ ਰਾਮ ਰਾਮਚੰਦਰ ਜੀ ਵਾਸਤੇ ਨਹੀਂ ਵਰਤਿਆ ਗਿਆ, ਇਹ ਰਾਮ ਰਮੇ ਹੋਏ ਵਾਹਿਗੁਰੂ ਨਿਰੰਕਾਰ ਵਾਸਤੇ ਵਰਤਿਆ ਗਿਆ ਹੈ। ਪਰ ਹੁਣ ਅਸੀਂ ਕੀ ਕਰੀਏ? ਨਾ ਪੜ੍ਹਨਾ ਨਾ ਪੜ੍ਹਾਉਣਾ, ਆਪਣਾ ਕੰਮ ਕਰ ਕਰਾ ਕੇ ਤੇ ਆਪਣਾ ਨੈਟ ਚਲਾਉਣਾ। ਕੋਈ ਟਾਈਮ ਤੇ ਕੱਢਣਾ ਨਹੀਂ ਹੈ ਵੀ ਕਿਸੇ ਕੋਲ ਬਹਿ ਕੇ ਆਪਾਂ ਪੁੱਛ ਹੀ ਲਈਏ ਵੀ। ਤੇ ਨਾ ਸਾਡੇ ਅਸੀਂ ਇਹਦਾ ਯਤਨ ਕਰਨੇ। ਇਹਨਾਂ ਚੀਜ਼ਾਂ ਉੱਤੇ ਬਕਾਇਦਾ ਸੈਮੀਨਾਰ ਹੋਣੇ ਚਾਹੀਦੇ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇ ਉਲਝੇ ਹੋਏ ਨੇ ਇਹਨੂੰ ਖੋਲ੍ਹਦੇ ਨਹੀਂ ਅਸੀਂ। ਤਾਂ ਹੋਰ ਥੋੜ੍ਹੇ ਜਿਹੇ ਮਿੰਟ ਆਪ ਜੀ ਦੇ ਲਵਾਂਗਾ ਇਕਾਗਰਤਾ ਵਾਲੇ, ਜਿਹਦੇ ਵਿੱਚ ਮਹਾਰਾਜ ਕਹਿੰਦੇ ਵੀ ਸਭ ਤੋਂ ਪਹਿਲਾਂ ਆਦਿ ਪੁਰਖ ਪਰਮਾਤਮਾ ਸ਼ਬਦ ਰੂਪ ਵਿੱਚ ਪ੍ਰਗਟ ਹੋਇਆ। ਆਦਿ ਪੁਰਖ ਸਤ ਸਾਚ ਸ਼੍ਰੀ ਨਿਵਾਸ, ਆਦਿ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਵਾਹਿ ਜੀਓ। ਹੁਣ ਇੱਥੇ ਆਦਿ ਪੁਰਖ ਸ਼ਬਦ ਨੂੰ ਕਿਹਾ ਹੈ। ਉਹਦਾ ਵਾਸਾ ਕਿੱਥੇ ਸੀ ਮੈਂ ਦੱਸ ਚੁੱਕਾ ਪਹਿਲਾਂ, ਸਾਰੇ ਬ੍ਰਹਿਮੰਡ ਵਿੱਚ। ਉਦੋਂ ਆਕਾਰ ਨਹੀਂ ਸੀ, ਉਦੋਂ ਨਿਰਾਕਾਰ ਸੀ। ਨਿਰੰਕਾਰ ਦੇ ਅਰਥ ਕੋਈ ਨਿਰੰਕਾਰ ਨਾਮ ਨਹੀਂ ਹੈ। ਨਿਰੰਕਾਰ ਦੇ ਅਰਥ ਨੇ ਜਿਹਦਾ ਆਕਾਰ ਨਿਰਾਕਾਰ ਹੈ। ਆਕਾਰ ਹੈ, ਇਹ ਧਿਆਨ ਰੱਖਣਾ। ਇਹ ਨਹੀਂ ਵੀ ਉਹਦੀ ਹੋਂਦ ਨਹੀਂ ਹੈ, ਉਹਦਾ ਆਕਾਰ ਨਿਰਾਕਾਰ ਹੈ। ਤਾਂ ਉਹ ਸਤ ਸਾਚ ਸ੍ਰੀ ਨਿਵਾਸ, ਸਤ ਰੂਪ ਜਿਹੜਾ ਪਰਮੇਸ਼ਰ ਸੀ, ਜਿਹਦਾ ਨਿਵਾਸ ਮਾਇਆ ਦੇ ਵਿੱਚ ਤੇ ਜਿਹਦੇ ਵਿੱਚ ਮਾਇਆ ਦਾ ਨਿਵਾਸ ਹੈ। ਦੋਵੇਂ ਮਿਕਸ ਕੀਤੇ ਹੋਏ ਨੇ ਸੰਸਾਰ ਦੇ ਵਿੱਚ। ਸ੍ਰੀ ਦਾ ਮਤਲਬ ਮਾਇਆ, ਨਿਵਾਸ ਮੈਨੇ ਰਹਿੰਦਾ ਹੈ। ਆਦਿ ਪੁਰਖ, ਉਹ ਆਦਿ ਪੁਰਖ ਪਹਿਲਾਂ ਪਰਮੇਸ਼ਰ ਨੇ ਪੈਦਾ ਕੀਤਾ। ਮੈਂ 5 ਮਿੰਟਾਂ ਵਿੱਚ ਸਾਰੀ ਸਟੇਟਮੈਂਟ ਤੁਹਾਡੇ ਸਾਹਮਣੇ ਰੱਖ ਦੇਣੀ ਹੈ ਵੀ ਇਹ ਕਹਾਣੀ ਕੀ ਹੈ ਅਵਤਾਰਾਂ ਦੀ ਤੇ ਗੁਰੂਆਂ ਦੀ। ਸਭ ਤੋਂ ਪਹਿਲਾਂ ਪਰਮਾਤਮਾ ਨੇ ਆਦਿ ਪੁਰਖ ਨੂੰ ਪੈਦਾ ਕੀਤਾ, ਸ਼ਬਦ ਨੂੰ ਪੈਦਾ ਕੀਤਾ। ਉਹ ਸ਼ਬਦ ਸਰਬ ਸ਼ਕਤੀਮਾਨ ਸੀ, ਸਾਰੀਆਂ ਸ਼ਕਤੀਆਂ ਦਾ ਮਾਲਕ ਸੀ। ਤੇ ਉਹਦੇ ਵਿੱਚ ਪਰਮੇਸ਼ਰ ਦੀਆਂ ਸਾਰੀਆਂ ਸ਼ਕਤੀਆਂ ਸਨ, ਅਕਾਲ ਪੁਰਖ ਦੀਆਂ। ਉਹਨੇ ਫਿਰ ਸਾਧ ਸੰਗਤ ਜੀ 3 ਦੇਵਤੇ ਤੇ ਹੋਰ ਦੇਵਤੇ ਅੱਗੇ ਬਣਾਏ, 3 ਸ਼ਕਤੀਆਂ ਬਣਾਈਆਂ ਤੇ ਮਾਇਆ ਪੈਦਾ ਕੀਤੀ। ਤੇ ਮਾਇਆ ਤੇ ਸ਼ਬਦ ਦੇ ਸੰਜੋਗ ਤੋਂ, ਮਾਇਆ ਤੇ ਸ਼ਬਦ ਦੇ ਸੰਜੋਗ ਤੋਂ ਫਿਰ 4 ਖਾਣੀਆਂ ਬਣੀਆਂ ਤੇ ਅਵਤਾਰ ਬਣੇ ਸਾਰੇ ਜਿੰਨੇ ਅਵਤਾਰ ਨੇ। ਉਸ ਸ਼ਬਦ ਤੋਂ ਹੀ ਅਵਤਾਰ ਬਣੇ ਨੇ। ਜਿੰਨੇ ਦੇਵਤੇ ਨੇ ਉਸ ਆਦਿ ਪੁਰਖ ਤੋਂ ਬਣੇ ਨੇ। ਉਹ ਭੇਜਦਾ ਰਿਹਾ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਸਤਜੁਗ ਦੇ ਵਿੱਚ 52 ਅਵਤਾਰ ਵੀ ਉਸ ਆਦਿ ਪੁਰਖ ਨੇ ਆਪਣੀ ਸ਼ਕਤੀ ਭੇਜੀ ਹੈ।
ਉਸ ਆਦਿ ਪੁਰਖ ਨੇ। ਉਹਨੂੰ ਕੋਈ ਦੇਵਤਾ ਨਹੀਂ ਅਸੀਂ ਕਹਿ ਸਕਦੇ, ਉਹ ਆਦਿ ਪੁਰਖ ਹੈ। ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਵਾਹਿ ਜੀਓ। ਉਸ ਆਦਿ ਪੁਰਖ ਨੇ ਸਭ ਤੋਂ ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਲੰਬੀ ਕਥਾ ਹੈ। ਉਹ ਰਾਜੇ ਨੂੰ ਛਲ ਲਿਆ ਸੀ ਬਾਵਨ ਰੂਪ ਹੋ ਕੇ। ਪਹਿਲੀ ਸ਼ਕਤੀ ਉਹ ਭੇਜੀ ਸੀ ਆਦਿ ਪੁਰਖ ਨੇ, ਉਹਦੇ ਰਾਹੀਂ ਮਾਣਿਆ। ਇੱਥੇ ਹੁਣ ਸ਼ਬਦਾਂ ਦਾ ਥੋੜਾ ਜਿਹਾ ਧਿਆਨ ਰੱਖਿਆ ਜੇ। ਇੱਥੇ ਸ਼ਬਦ ਮਾਣਿਓ ਹੈ ਤੇ ਅਖੀਰ ਤੇ ਸ਼ਬਦ ਪ੍ਰਮਾਣ ਹੈ, ਦੋ ਗੱਲਾਂ ਨੇ। ਇਹ ਸਾਰਾ ਸ਼ਬਦ ਜਿਹੜਾ ਨਾ, ਕਈਆਂ ਨੇ ਤਾਂ ਹੀ ਕਿਹਾ ਸੀ ਭੱਟਾਂ ਦੇ ਸਵਈਏ ਜਿਹੜੇ ਨੇ ਗੁਰਮਤਿ ਨਾਲ ਨਹੀਂ ਮਿਲਦੇ, ਅੱਜ ਵੀ ਹਨ ਵਿੱਚ, ਕਹਿੰਦੇ ਸਮਝ ਨਹੀਂ ਆਉਂਦੀ, ਇਹ ਤੇ ਅਵਤਾਰਾਂ ਦੀਆਂ ਗੱਲਾਂ ਕਰੀ ਜਾਂਦੇ ਭੱਟ ਜਿਹੜੇ ਨੇ। ਨਹੀਂ, ਇਹਨਾਂ ਨੇ ਭੱਟਾਂ ਨੂੰ ਸਮਝੀ ਨਹੀਂ ਹੈ। ਭੱਟ ਉਹ ਸ਼ਕਤੀ ਨੇ ਜਿਨ੍ਹਾਂ ਨੇ ਭਾਰਤ ਦੇ ਵੱਖ-ਵੱਖ ਦੇ ਲੋਕਾਂ ਦੇ ਨਸਲਾਂ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਦੇ ਵਿੱਚ ਸੱਚ ਦਾ ਗਿਆਨ ਦਿੱਤਾ ਵੀ ਇਸ ਤਰ੍ਹਾਂ ਤੁਸੀਂ ਜੁੜਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ। ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। ਤ੍ਰੇਤੇ ਵਿੱਚ ਤੂੰ ਵਰਤਿਆ, ਰਾਮ ਨੂੰ ਭੇਜਿਆ, ਰਾਮ ਚੰਦਰ ਜੀ ਨੂੰ। ਉਦੋਂ ਉਹ ਅਵਤਾਰ ਸੀ ਤ੍ਰੇਤੇ ਦੇ ਵਿੱਚ। ਦੁਆਪਰ ਕ੍ਰਿਸ਼ਨ ਮੁਰਾਰ। ਹੁਣ ਮੁਰਾਰ ਦਾ ਅਰਥ ਪਰਮਾਤਮਾ ਕਰ ਦਿੰਦੇ। ਮੁਰਾਰ ਦਾ ਅਰਥ ਹੈ ਮੁਰ, ਦੈਤ ਨੂੰ ਮਾਰਨ ਵਾਲਾ, ਇੱਕ ਦੈਂਤ ਸੀ। ਦੁਆਪਰ ਦੇ ਵਿੱਚ ਤੂੰ ਕ੍ਰਿਸ਼ਨ ਭਗਵਾਨ, ਜਿਹੜਾ ਭਗਵਾਨ ਕਹਿੰਦੇ, ਭਗਵਾਨ ਦਾ ਅਰਥ ਹੈ ਭਗਵਾਨ, ਜਿਹਦੇ ਕੋਲ ਜ਼ਿਆਦੀਆਂ ਸ਼ਕਤੀਆਂ ਹੋਣ। ਭਗ ਯਾਨੀ ਕਿ ਭਗਵਤ, ਯਾਨੀ ਕਿ ਜ਼ਿਆਦੀ ਸ਼ਕਤੀ ਹੋਵੇ, ਔਰ ਉਹ ਸਰੀਰਧਾਰੀ ਹੋਇਆ ਹੋਵੇ, ਭਗ ਦੇ ਰਾਹੀਂ ਪੈਦਾ ਹੋਇਆ ਹੋਵੇ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਕੰਸ ਨੂੰ ਉਹਨੇ ਕਿਰਤਾਰਥ ਕੀਤਾ। ਉਗਰ ਸੈਨ ਕੋ ਰਾਜ ਤੈ ਅਪੈ ਭਗਤੈ ਜਨ ਦਿਓ। ਹੁਣ ਅੱਗੇ ਧਿਆਨ ਦੇਣਾ, ਕਲਯੁਗ ਆ ਗਿਆ। ਹੁਣ ਕਲਯੁਗ ਪ੍ਰਮਾਣ ਨਾਨਕ ਗੁਰ। ਪਿੱਛੇ ਸ਼ਬਦ ਸੀ ਮਾਣ, ਇੱਥੇ ਪ੍ਰਮਾਣ, ਅੱਗੇ ਪੱਪਾ ਲੱਗ ਗਿਆ। ਪ੍ਰਮਾਣਿਤ ਦਾ ਮਤਲਬ ਹੁੰਦਾ ਹੈ ਉਹ ਚੀਜ਼ ਜਿਹੜੀ ਸੰਪੂਰਨ ਹੋਵੇ 100%। ਪਿਛਲੇ ਜਿਹੜੇ ਅਵਤਾਰ ਸਨ ਉਹਨਾਂ ਨੂੰ ਕੁਝ ਕਲਾ ਦੇ ਕੇ ਭੇਜੀਆਂ ਸਨ। 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਈ ਠਾਕੁਰ ਚੜਿਆ। ਪ੍ਰਮਾਣ ਦਾ ਮਤਲਬ ਹੈ ਤੁੱਲ, ਯਾਨੀ ਕਿ ਵਟਾ, ਜਿਹੜਾ ਉਹ ਸ਼ਬਦ ਪਰਮਾਤਮਾ ਨੇ ਆਪ ਤੋਲ ਕੇ ਆਦਿ ਪੁਰਖ ਬਣਾਇਆ ਸੀ। ਕਲਯੁਗ ਪ੍ਰਮਾਣ ਨਾਨਕ ਗੁਰ, ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬਚਲ ਅਟਲ, ਆਦਿ ਪੁਰਖ ਫਰਮਾਇਓ। ਆ ਗਿਆ ਨਾ ਆਦਿ ਪੁਰਖ। ਫਿਰ ਗੁਰਬਾਣੀ ਵਿੱਚ ਆਦਿ ਪੁਰਖ ਤੇ ਖੋਜ ਕਰੋ ਜੇ ਗੁਰਮਤਿ ਨੂੰ ਸਮਝਣਾ। ਕਲਯੁਗ ਦੇ ਵਿੱਚ ਹਾਲਾਤ ਜ਼ਿਆਦਾ ਖਰਾਬ ਵੇਖ ਕੇ ਉਹ ਜਿਹੜਾ ਆਦਿ ਪੁਰਖ ਸੀ, ਸ਼ਬਦ ਸੀ, ਉਹਨੇ ਆਪ ਗੁਰੂ ਨਾਨਕ ਦੇਵ ਜੀ ਦਾ ਸਰੀਰ ਧਾਰਨ ਕਰ ਲਿਆ। ਜੋਤ ਸੀ ਜਿਹੜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਜੋਤ ਸੀ ਜਿਹੜੀ ਉਹਨੇ ਆਪ ਰੂਪ ਧਾਰਨ ਕਰ ਲਿਆ, ਤੇ ਉਸ ਜੋਤ ਦੇ ਵਿੱਚੋਂ ਸਾਰੀ ਬਾਣੀ ਪ੍ਰਗਟ ਹੋਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜੋਤ ਦੇ ਵਿੱਚੋਂ ਪ੍ਰਗਟ ਹੋਈ ਹੈ। ਇਹ ਮੈਂ ਜਿਹੜੇ ਜ਼ਿਆਦੇ ਸਿੰਘ ਚੜ੍ਹਦੀ ਕਲਾ ਵਿੱਚ ਇਕਾਗਰਤਾ ਵਿੱਚ ਸੁਣਦੇ ਉਹਨਾਂ ਵਾਸਤੇ ਸੀ ਵਿਸ਼ਾ ਔਖਾ, ਵੈਸੇ ਕੋਈ ਨਹੀਂ, ਪਰ ਘੱਟ ਸੁਣਨ ਕਰਕੇ ਸਮਝ ਵਿੱਚ ਘੱਟ ਆਉਂਦਾ। ਤੇ ਹੁਣ ਮੈਂ ਥੋੜ੍ਹਾ ਜਿਹਾ ਸਰਲਤਾ ਵੱਲ ਆਵਾਂ, ਥੱਲੇ ਨੂੰ ਆਵਾਂ, ਕਿਉਂਕਿ ਹਰ ਇੱਕ ਤਰ੍ਹਾਂ ਦਾ ਸਰੋਤਾ ਹੁੰਦਾ ਹੈ। ਕਹਿਣ ਤੋਂ ਭਾਵ ਉਸ ਆਦਿ ਪੁਰਖ ਨੇ ਸਾਰੇ ਅਵਤਾਰ ਬਣਾਏ ਨੇ, ਸਾਰੇ ਦੇਵਤੇ ਬਣਾਏ ਨੇ, ਸਾਰਾ ਬ੍ਰਹਮੰਡ ਬਣਾਇਆ। ਉਸ ਸ਼ਬਦ ਤੋਂ ਸਭ ਕੁਝ ਪੈਦਾ ਹੋਇਆ ਹੈ। ਤੇ ਜਦੋਂ ਸਮਾਂ ਜ਼ਿਆਦਾ ਖਰਾਬ ਸੀ, ਜਿਹੜਾ ਹੁਣ ਚੱਲ ਰਿਹਾ ਕਲਯੁਗ ਦਾ, ਇਹ ਖਰਾਬ ਸਮਾਂ ਵੇਖ ਕੇ ਉਸ ਆਦਿ ਪੁਰਖ ਨੇ ਆਪਣਾ ਸਰੀਰ ਧਾਰ ਲਿਆ। ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ। ਫਿਰ ਉਹਨੇ ਗੁਰੂ ਨਾਨਕ ਸਾਹਿਬ ਤੋਂ ਅੱਗੇ ਸਫ਼ਰ ਕਰਦਿਆਂ ਕਰਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਆਏ। ਫਿਰ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ। ਗੁਰੂ ਨਾਨਕ ਦੇਵ ਜੀ ਨੇ ਵੇਖਿਆ ਵੀ ਇਹ ਜਿਹੜਾ ਆਦਿ ਪੁਰਖ ਹੈ ਨਾ, ਜੋ ਸ਼ਬਦ ਹੈ, ਇਹਦੀ ਗੁਰਤਾ ਅੱਗੇ ਲੰਮੀ ਨਹੀਂ ਚੱਲਣੀ, ਕਿਉਂਕਿ ਸਰੀਰ ਇਹਨੇ ਲੱਭਣੇ ਨਹੀਂ ਕਿ ਅੱਗੇ ਸ਼ਬਦ ਟਿਕ ਸਕੇ ਹੋਰ ਸਰੀਰਾਂ ਦੇ ਵਿੱਚ। ਗੁਰੂ ਨਾਨਕ ਦੇਵ ਜੀ ਨੇ ਉਸੇ ਟਾਈਮ ਹੀ ਇੱਕ ਆਪਣਾ ਸਰੀਰ ਘੜਨਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਟਿਕਣਾ ਸੀ। ਉਹ ਕਿਹੜਾ ਸਰੀਰ ਸੀ? ਉਹ ਸੀ ਗੁਰਮੁਖੀ ਲਿਪੀ। ਗੁਰਮੁਖੀ ਲਿਪੀ ਮੈਂ ਕਹਿ ਰਿਹਾ, ਭਾਸ਼ਾ ਨਹੀਂ ਕਹਿ ਰਿਹਾ।
ਪੰਜਾਬੀ ਪਹਿਲਾਂ ਵੀ ਹੈ ਸੀ। ਵੈਸੇ ਅਸੀਂ ਕਹਿ ਦਿੰਦੇ ਹਾਂ ਬਈ ਪੰਜਾਬੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਹੋਏ ਨੇ, ਪੰਜਾਬੀ ਭਾਸ਼ਾ ਹੈ। ਪੰਜਾਬੀ ਪਹਿਲਾਂ ਵੀ ਹੈ ਸੀ। ਬਾਬਾ ਫਰੀਦ ਸਾਹਿਬ ਜੀ ਦੀ ਸਾਰੀ ਬਾਣੀ ਪੰਜਾਬੀ ਵਿੱਚ ਹੈ। ਲਿਪੀ ਹੁੰਦੀ ਹੈ ਕਿ ਅੱਖਰ ਘੜੇ ਜਾਂਦੇ ਨੇ, ਔਰ ਉਹ ਊੜਾ ਐੜਾ ਗੁਰੂ ਅੰਗਦ ਦੇਵ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮਿਲ ਕੇ ਲਿਪੀ ਤਿਆਰ ਕੀਤੀ ਤੇ ਉਹਦਾ ਨਾਮ ਕਿਸੇ ਖੇਤਰ ਤੇ ਨਹੀਂ ਰੱਖਿਆ। ਇਹ ਧਿਆਨ ਦੇਣ ਵਾਲੀ ਗੱਲ ਹੈ। ਸਾਰੀਆਂ ਬੋਲੀਆਂ ਕਿਸੇ ਖੇਤਰ ਦੇਸ਼ ਨਾਲ ਸੰਬੰਧਿਤ ਨੇ। ਪੰਜਾਬ ਦੀ ਪੰਜਾਬੀ, ਗੁਜਰਾਤ ਦੀ ਗੁਜਰਾਤੀ, ਤਮਿਲਨਾਡੂ ਦੀ ਤਾਮਿਲ ਤੇ ਇੰਗਲੈਂਡ ਦੀ ਇੰਗਲਿਸ਼, ਅਰਬ ਦੇਸ਼ ਦੀ ਅਰਬੀ, ਇਹ ਸਾਰੀਆਂ ਖੇਤਰੀ ਭਾਸ਼ਾ ਨੇ, ਪਰ ਇੱਕੋ ਇੱਕ ਲਿਪੀ ਭਾਸ਼ਾ ਹੈ ਜਿਹੜੀ ਕਿਸੇ ਖੇਤਰ ਨਾਲ ਸੰਬੰਧ ਨਹੀਂ ਰੱਖਦੀ। ਉਸ ਲਿਪੀ ਨੂੰ ਗੁਰੂ ਸਾਹਿਬ ਨੇ ਕਿਹਾ ਹੈ ਗੁਰਮੁਖੀ ਲਿਪੀ ਹੈ। ਹੁਣ ਗੁਰਮੁਖ ਕਿਹੜਾ ਦੇਸ਼ ਹੈ? ਪੰਜਾਬ ਤਾਂ ਦੇਸ਼ ਹੈ, ਪਰ ਗੁਰਮੁਖ ਮਤਲਬ ਸੀ ਇਹਨੇ ਸਾਰੇ ਸੰਸਾਰ ਵਿੱਚ ਜਾਣਾ ਇਸ ਭਾਸ਼ਾ ਨੇ। ਅਸੀਂ ਪੁੱਠੇ ਚੱਲ ਪਏ, ਅਸੀਂ ਦੂਜੇ ਪਾਸੇ ਨੂੰ ਹੋ ਲਏ। ਅਸੀਂ ਕਿਹਾ ਵੀ ਹੁਣ ਲੋਕਾਂ ਦੀ ਭਾਸ਼ਾ ਵੀ ਤੁਸੀਂ ਪੜ੍ਹਾਓ ਗੁਰਬਾਣੀ ਇਹਨਾਂ ਨੂੰ। ਮੈਂ ਮਾੜਾ ਨਹੀਂ ਕਹਿੰਦਾ ਹਿੰਦੀ ਅੰਗਰੇਜ਼ੀ ਵਿੱਚ ਕਿਸੇ ਨੂੰ ਗੁਰਬਾਣੀ ਦਾ ਇਲਮ ਗੁਟਕਿਆਂ ਦੇ ਰੂਪ ਵਿੱਚ ਦੇ ਸਕੋ, ਪਰ ਇਹ ਵੀ ਕਿਸੇ ਨੇ ਕਿਹਾ ਸੀ ਵੀ ਹੁਣ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਵਿੱਚ ਛਾਪ ਕੇ ਤੇ ਇਸ ਤਰ੍ਹਾਂ ਪ੍ਰਕਾਸ਼ ਕਰ ਦੇਣੇ ਨੇ। ਗੁਰੂ ਦੀ ਮੱਤ ਤੋਂ ਉਲਟ ਹੈ। ਯਾਦ ਰੱਖੋ, ਅੱਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਣਾਏ ਹੋਏ ਕੰਮ ਨੂੰ ਤੋੜਿਆ, ਪਹਿਲਾਂ ਹੀ ਗਲਤੀ ਕਰ ਲਈ। ਉਹ ਕਿਹੜਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੜੀਵਾਰ ਸੀ ਸਾਰਾ। ਲੜੀਵਾਰ ਮਤਲਬ ਡੰਡੇ ਵਾਲੀ ਬੀੜੀ ਜਿਹਨੂੰ ਕਹਿੰਦੇ, ਵੀ ਇੱਕੋ ਲੀਕ ਵੱਜੀ ਹੁੰਦੀ ਹੈ ਜਿਵੇਂ ਆ ਪੋਥੀਆਂ ਨੇ। ਗੁਰਤਾ ਗੱਦੀ ਲੜੀਵਾਰ ਸਰੂਪ ਨੂੰ ਮਿਲੀ ਸੀ ਤੇ ਆਪਾਂ ਕਰ ਦਿੱਤਾ ਪਦ ਛੇਦ, ਵੱਖਰੇ ਵੱਖਰੇ ਅਰਥ। ਕਿੰਨੇ ਇਜਾਜ਼ਤ ਦਿੱਤੀ? ਜਾਂ ਤੇ ਕਿਤੇ ਗੁਰੂ ਸਾਹਿਬ ਨੇ ਕਿਹਾ ਨਾ ਵੀ ਕਰ ਲਿਆ ਜੇ। ਮੈਨੂੰ ਇੱਕ ਸਿੰਘ ਨੇ ਫੋਨ ਕਰਕੇ ਪੁੱਛਿਆ ਵੀ ਤੁਹਾਨੂੰ ਇੱਕ ਗੱਲ ਪੁੱਛਣੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਦ ਛੇਦ ਕਦੋਂ ਹੋਏ ਨੇ ਤੇ ਕਿਸ ਬੰਦੇ ਨੇ ਕੀਤੇ ਨੇ? ਮੈਂ ਕਿਹਾ ਮੇਰੇ ਕੋਲ ਇਹਦਾ ਜਵਾਬ ਹੀ ਕੋਈ ਨਹੀਂ, ਮੈਂ ਲੱਭਾਂਗਾ। ਕੌਣ ਕਰ ਗਿਆ ਹੈ? ਸਾਨੂੰ ਇਹਨਾਂ ਗੱਲਾਂ ਦਾ ਪਤਾ ਹੈ ਕਿਤੇ? ਆਖੇ ਜੀ ਸੌਖਾ ਕਰੋ, ਗੁਰਬਾਣੀ ਸਾਰੇ ਪੜ੍ਹੀ ਜਾਣਗੇ। ਉਧਰੋਂ ਨੱਕ ਵਿੱਚ ਉਂਗਲਾਂ, ਉਧਰੋਂ ਮੂੰਹ ਵਿੱਚ ਉਂਗਲਾਂ, ਉਧਰੋਂ ਗੁਟਕਾ ਸਾਹਿਬ ਫੜਿਆ ਹੋਇਆ, ਨਾ ਪਤਾ ਗੁਰਬਾਣੀ ਕਿਵੇਂ ਪੜ੍ਹਨੀ, ਨਾ ਸਤਿਕਾਰ ਹੈ, ਨਾ ਹਜ਼ੂਰੀਆ ਲੈਣਾ। ਇਵੇਂ ਤੁਸੀਂ ਕਿੱਡੇ ਕੁ ਸਿੱਖ ਬਣ ਜਾਓਗੇ? ਉਹ ਇੰਨੀ ਸਸਤੀ ਨਾ ਕਰੋ ਇਹਨੂੰ ਲੜੀਵਾਰ ਤਾਂ ਬਣਾਇਆ ਸੀ ਵੀ ਬੰਦਾ ਤਾਂ ਪਾਠੀ ਬਣੇ ਜੇ 2 4 10 ਵਾਰੀ ਸਹਿਜ ਪਾਠ ਲੜੀਵਾਰ ਤੋਂ ਕਰੇਗਾ ਤਾਂ ਪਾਠੀ ਬਣ ਸਕੇਗਾ। ਸੌਖੀ ਕਰ ਦਿੱਤੀ, ਕਹਿੰਦੇ ਸਾਰੇ ਪੜ੍ਹਨਗੇ। ਸਾਰੇ ਪੜ੍ਹ ਕੇ ਕਿਹੜਾ ਭਾਈ ਮਣੀ ਸਿੰਘ ਬਣ ਗਏ ਤੁਸੀਂ? ਬਣੇ ਕੀ ਆਪਾਂ? ਮਿਹਨਤ ਹੀ ਨਹੀਂ ਕਰਨੀ। ਇਹ ਜਿਹੜੀ ਗੁਰਮੁਖੀ ਲਿਪੀ ਗੁਰੂ ਸਾਹਿਬ ਨੇ ਬਣਾਈ ਸੀ, ਗੁਰੂ ਗੋਬਿੰਦ ਸਿੰਘ ਦਾ ਅਸੀਂ ਬਣਾਇਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਪਦਛੇਦ ਕੀਤਾ, ਗਲਤੀ ਕੀਤੀ ਕੌਮ ਨੇ ਬਹੁਤ ਵੱਡੀ, ਔਰ ਇਹਦਾ ਹਰਜਾਨਾ ਅਸੀਂ ਭੁਗਤ ਰਹੇ ਹਾਂ। ਮਹਾਰਾਜ ਨੇ ਕਿਹਾ ਤੁਸੀਂ ਮੇਰੇ ਬਣਾਏ ਅੱਖਰ ਦੇ ਨਾਲ ਅੱਖਰ ਨਹੀਂ ਰਹਿਣ ਦਿੱਤੇ ਤੇ ਹੁਣ ਤੁਰੇ ਫਿਰੋ, ਮੈਂ ਬੰਦੇ ਨਾਲ ਬੰਦਾ ਨਹੀਂ ਰਹਿਣ ਦੇਣਾ। ਕੱਲੇ ਕੱਲੇ ਹੋਏ ਫਿਰਦੇ ਨੇ ਸਾਰੇ, ਕੌਮ ਖਿਲਰੀ ਫਿਰਦੀ ਹੈ ਸਾਰੀ। ਅਜੇ ਵੀ ਸਮਝ ਜਾਈਏ, ਲੜੀਵਾਰ ਸਰੂਪ ਲੈ ਕੇ ਆਈਏ। ਮਹਾਰਾਜ ਦੇ ਜਿਹੜੇ ਪ੍ਰਕਾਸ਼ ਹੋ ਰਹੇ ਨੇ ਬਹੁਤ ਸਾਰੇ ਥਾਵਾਂ ਤੇ ਨਾਲੇ ਜਿੰਨੇ ਪੜ੍ਹਨਾ ਕੋਈ ਮਿਹਨਤ ਕਰੇਗਾ ਤੇ ਪੜ੍ਹੇਗਾ। ਉਹ ਗੁਰਮੁਖੀ ਦਾ ਸਰੀਰ ਘੜਿਆ ਗੁਰੂ ਨਾਨਕ ਦੇਵ ਜੀ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 10ਵੇਂ ਜਾਮੇ ਨੇ ਜਦੋਂ ਹਜ਼ੂਰ ਸਾਹਿਬ ਦੇ ਵਿੱਚ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਉਦੋਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ ਤੇ ਇੱਕ ਖਾਲਸੇ ਪੰਥ ਵਿੱਚ ਟਿਕਾ ਦਿੱਤੀ, ਕਨਸੈਪਟ ਸੰਪੂਰਨ ਕਰ ਦਿੱਤਾ। ਸੋ ਇਹ ਬਾਣੀ ਦਾ ਜਿਹੜਾ ਪੱਖ ਸੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਔਰ ਮੈਨੂੰ ਘੜੀ ਵੀ ਜਿਹੜੀ ਦਿਸ ਰਹੀ ਹੈ, ਟਾਈਮ ਵੀ ਦਿਸ ਰਿਹਾ ਤੇ ਸ਼ਬਦ ਵੀ ਦਿਸ ਰਿਹਾ ਜਿਹਦੇ ਅਰਥ ਕਰਨੇ ਨੇ। ਸੋ ਇਹ ਆਪਾਂ ਅਰਥ ਕਰਕੇ ਫਿਰ ਇੱਕ ਮਹਾਰਾਜ ਦੀ ਬਾਣੀ ਦਾ ਇੱਕ ਆਪਾਂ ਪਿਆਰ ਦੇ ਨਾਲ, ਇਹ ਧੁਰੋਂ ਆਈ ਬਾਣੀ ਹੈ। ਮੈਂ ਤੁਹਾਡੇ ਨਾਲ ਇਤਿਹਾਸ ਨਹੀਂ ਸਾਂਝਾ ਕਰ ਸਕਿਆ, ਖਿਮਾ ਚਾਹੁੰਦਾ। ਇਤਿਹਾਸ ਬੜਾ ਮਿੱਠਾ ਹੈ। ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੋਣਾ, ਹੁਕਮਨਾਮਾ ਆਉਣਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ ਤੇ ਸਾਧ ਸੰਗਤ ਜੀ
ਗੁਰੂ ਅਰਜਨ ਦੇਵ ਜੀ ਨੇ ਚੌਰ ਸਾਹਿਬ ਕੀਤਾ ਤੇ ਧੁਰ ਕੀ ਬਾਣੀ ਦਾ ਪ੍ਰਕਾਸ਼ ਕੀਤਾ, ਤੇ ਸਾਡੇ ਵੱਡੇ ਭਾਗ ਉਹ ਬਾਣੀ ਸਾਨੂੰ ਮਿਲੀ ਜਿਹਦੀ ਸਿਆਹੀ ਤੇ ਕਾਗਜ਼ ਇਸ ਧਰਤੀ ਦੇ ਸਨ, ਪਰ ਇਹਦੇ ਅੱਖਰ ਪਰਲੋਕ ਤੋਂ ਆਏ ਸਨ, ਵਾਹਿਗੁਰੂ ਦੇ ਘਰੋਂ ਆਏ ਸਨ। ਸੋ ਪੜ੍ਹੋ ਸਾਰੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ, ਪਿਆਰ ਕਰਕੇ। ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ, ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ ਆਈ, ਧੁਰ ਕੀ, ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ, ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ, ਸ੍ਰੀ ਰਾਗ ਮਹੱਲਾ ਤੀਜਾ। ਗੁਰੂ ਅਮਰਦਾਸ ਜੀ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਹਨ, ਕਿਸ ਹੋਂ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋਂ ਜਾਏ। ਮੈਂ ਸੇਵਾ ਕਿਹੜੀ ਕਰਾਂ ਤੇ ਜਾਪ ਕਿਹੜਾ ਕਰਾਂ, ਇਹ ਬੜਾ ਵੱਡਾ ਸਵਾਲ ਹੈ ਸਾਡਾ ਸਾਰਿਆਂ ਦਾ, ਵੀ ਕੀ ਜਪੀਏ। ਕਈ ਕਹਿੰਦੇ ਕੋਈ ਸ਼ਬਦ ਹੀ ਦੱਸ ਦਿਓ ਵੀ ਥੋੜ੍ਹੇ ਜਿਹੇ ਦਿਨਾਂ ਵਿੱਚ ਬ੍ਰਹਮ ਗਿਆਨੀ ਬਣ ਜਾਈਏ। ਮਹਾਰਾਜ ਨੂੰ ਪੁੱਛ ਲਓ। ਮਹਾਰਾਜ ਕਹਿੰਦੇ ਜਾਪ ਕਿਹੜਾ ਕਰੀਏ ਤੇ ਸੇਵਾ ਕਿਹੜੀ ਕਰੀਏ, ਆਪਣੇ ਸਤਿਗੁਰੂ ਜੀ ਨੂੰ ਜਾ ਕੇ ਪੁੱਛੀਏ, ਫਿਰ ਆਪੇ ਹੀ ਜਵਾਬ ਦਿੰਦੇ ਨੇ ਅੱਗੇ, ਕਿਉਂਕਿ ਆਪ ਸਤਿਗੁਰੂ ਨੇ। ਕਿਹੜਾ ਜਾਪ ਕਰੀਏ? ਹਾਂ, ਜਾਪ ਕਰਨਾ ਜ਼ਰੂਰੀ, ਕਿਉਂਕਿ ਬਾਣੀ ਕਹਿੰਦੀ ਜਾਪ ਕਰੋ, ਪਰ ਜਾਪ ਕਰਨਾ ਇੱਕ ਅੰਗ ਹਿੱਸਾ ਹੈ ਨਾਮ ਦਾ। ਬਾਕੀ ਹਿੱਸਾ ਕਿਹੜਾ ਹੋਗੇ ਦੱਸ ਰਹੇ ਨੇ, ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਇਹੀ ਜਪ ਕਰੋ, ਗੁਰ ਸਿੱਖੋ, ਇਹੀ ਸੇਵਾ ਕਰੋ। ਜੋ ਕੁਝ ਤੁਹਾਨੂੰ 10 ਪਾਤਸ਼ਾਹੀਆਂ ਨੇ ਕਿਹਾ ਉਸ ਗੱਲ ਨੂੰ ਮੰਨ ਲਵੋ, ਉਹਦੇ ਵਿੱਚ ਆਪਣਾ ਆਪ ਗਵਾ ਦਿਓ, ਹਉਮੈ ਗਵਾ ਦਿਓ ਆਪਣੀ। ਪੁੱਛਣਾ ਨਹੀਂ ਕਿਉਂ ਕਰਨਾ ਹੈ। ਹੁਣ ਮਰੀਜ਼ ਪੁੱਛਦਾ ਥੋੜ੍ਹੀ ਹੈ ਵੀ ਆਹ ਜਿਹੜੇ ਟੀਕਾ ਮੈਨੂੰ ਲਾਇਆ ਡਾਕਟਰ ਸਾਹਿਬ ਦੱਸੋ ਪਹਿਲਾਂ ਬਣਿਆ ਕਾਹਦਾ। ਉਹ ਕਹਿੰਦਾ ਮੇਰੀ ਜਾਨ ਬਚਾ, ਪਹਿਲਾਂ ਮੈਨੂੰ ਮੇਰਾ ਬੁਖਾਰ ਲੈ ਜਾਏ। ਤੇ ਜੇ ਉਹ ਕਹਿਣ ਲੱਗ ਪਏ ਕਾਹਦਾ ਬਣਿਆ, ਕੀ ਬਣਿਆ, ਹੁਣ ਬੜੇ ਪੜ੍ਹੇ ਲਿਖੇ ਜੇ ਆ ਗਏ। ਮੈਂ ਇਹ ਨਹੀਂ ਕਹਿੰਦਾ ਪੜ੍ਹੋ ਨਾ, ਅਖੇ ਜੀ ਉਹ ਗੱਲ ਨਹੀਂ ਹੁਣ ਚੱਲਣੀ ਜਿਹਦਾ ਪਤਾ ਨਾ ਲੱਗੇ। ਪਹਿਲਾਂ ਪਤਾ ਹੋਣਾ ਚਾਹੀਦਾ, ਤਾਂ ਮੰਨਾਂਗੇ ਗੁਰੂ ਗ੍ਰੰਥ ਸਾਹਿਬ ਨੂੰ। ਉਹ ਭੋਲਿਓ ਕਿੱਧਰ ਤੁਰ ਪਏ ਹੋ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਵੈਦ ਹੈ ਨਾ ਗੁਰੂ, ਕਿਉਂ ਕਿਹਾ ਵੈਦ? ਵੈਦ ਦਾ ਮਤਲਬ ਹੈ ਵੈਦ ਕੋਲ ਜਿਹੜੇ ਨੁਸਖੇ ਹੁੰਦੇ ਨੇ, ਜਿਹੜੀ ਦਵਾਈ ਹੁੰਦੀ ਹੈ, ਮਰੀਜ਼ ਨੂੰ ਉਹਦਾ ਪਤਾ ਨਹੀਂ ਹੁੰਦਾ ਕਾਹਦੀ ਬਣੀ ਹੈ, ਬਸ ਉਹਨੇ ਖਾਣੀ ਹੁੰਦੀ ਹੈ। ਉਹ ਗੁਰੂ ਕੇ ਸਿੱਖਾ, ਤੂੰ ਸਿਰਫ ਗੁਰੂ ਦੀ ਕਈ ਗੱਲ ਕਰਨੀ ਹੈ, ਉਹਦੇ ਬਾਰੇ ਇਹ ਨਾ ਸੋਚਿਆ ਕਰੇ ਕਿਉਂ ਹੈ ਤੇ ਕਿਵੇਂ ਕਰਨੀ ਹੈ ਜਾਂ ਕਿਉਂ ਕਰਨੀ ਚਾਹੀਦੀ, ਇਹਦਾ ਫਾਇਦਾ ਕੀ ਹੈ ਤੇ ਇਹਦਾ ਕੀ ਹੈ। ਜਿਵੇਂ ਆਪਾਂ ਸੋਚਦੇ ਫਿਰਨੇ ਕੀ ਫਾਇਦਾ ਇਹਦਾ, ਪੁੱਠੇ ਪਾਸੇ ਤੁਰ ਪਏ। ਨਹੀਂ, ਕੋਈ ਹੀਲ ਹੁਜਤ ਨਹੀਂ, ਤਾਂ ਹੀ ਤੇ ਉੱਥੇ ਹੀ ਖੜੇ ਆ, ਕਾਂ ਬਣ ਗਏ। ਸਤਿਗੁਰ ਕਾ ਭਾਣਾ ਮੰਨ ਲੈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਜਦੋਂ ਇਸ ਤਰ੍ਹਾਂ ਗੁਰੂ ਦੇ ਹੁਕਮ ਵਿੱਚ ਤੁਰਾਂਗੇ ਤੇ ਨਾਮ ਨਾਲ ਜਪਾਂਗੇ ਵੀ ਨਾ, ਫਿਰ ਨਾਮ ਅੰਦਰ ਵਸੇਗਾ, ਨਹੀਂ ਤੇ ਨਾਮ ਨਹੀਂ ਵਸੇਗਾ। ਮਰਜ਼ੀਆਂ ਆਪਣੀਆਂ ਕਰਨੀਆਂ, ਜਪਣਾ ਨਾਮ ਹੈ, ਨਹੀਂ ਵਸੇਗਾ ਅੰਦਰ। ਆਏਗਾ ਚਲਾ ਜਾਏਗਾ, ਆਏਗਾ ਚਲਾ ਜਾਏਗਾ। ਨਾਮੈ ਹੀ ਤੇ ਸੁਖ ਪਾਈਐ, ਸੱਚਾ ਸ਼ਬਦ ਸੁਹਾਏ। ਇਹ ਨਾਮ ਜਦੋਂ ਅੰਦਰ ਵਸਦਾ ਹੈ, ਉਦੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤੇ ਸੱਚੇ ਸ਼ਬਦ ਦੇ ਪ੍ਰਕਾਸ਼ ਦੇ ਨਾਲ ਗੁਰਸਿੱਖ ਦਾ ਜੀਵਨ ਰੋਸ਼ਨ ਹੋ ਜਾਂਦਾ, ਪ੍ਰਕਾਸ਼ਿਤ ਹੋ ਜਾਂਦਾ ਹੈ।
मेरे मन मेरे अनदिन जाग हर चेत। हे मेरे मन दिन रात जाग, ਅਵੇਅਰਨੈਸ, ਹੋਸ਼ ਦੇ ਵਿੱਚ ਰਹੋ। ਕੀ ਹੋਸ਼ ਦੇ ਵਿੱਚ ਰਹੀਏ? ਬਸ ਇਹ ਹੋਸ਼ ਰੱਖ ਵੀ ਇਹ ਸੋਚ ਇੱਥੇ ਤੇਰਾ ਕੀ ਹੈ ਤੇ ਕੀ ਨਹੀਂ, ਇਹ ਹੋਸ਼ ਰੱਖ। ਜਿਹਨੂੰ ਤੂੰ ਆਪਣਾ ਸਮਝਿਆ ਉਹ ਤੇਰਾ ਨਹੀਂ, ਇਹ ਤੇਰੀ ਨੀਂਦ ਹੈ। ਜਿੱਦਣ ਤੈਨੂੰ ਪਤਾ ਲੱਗ ਗਿਆ ਨਾਮ ਹੀ ਤੇਰਾ ਹੈ ਤੇ ਬਾਕੀ ਕੁਝ ਵੀ ਤੇਰਾ ਨਹੀਂ, ਉਦਣ ਤੈਨੂੰ ਜਾਗ ਆ ਜਾਏਗੀ। ਉਹ ਕਿਵੇਂ? ਮਹਾਰਾਜ ਕਹਿੰਦੇ ਆਪਣੀ ਖੇਤੀ ਰੱਖ ਲੈ, ਪੂੰਜ ਪੜੇਗੀ ਖੇਤ। ਕਹਿੰਦੇ ਆਪਣੀ ਖੇਤੀ ਬਚਾ ਲੈ। ਪੂੰਜ ਮਤਲਬ ਚਿੱਟੇ ਰੰਗ ਦੀ, ਯਾਨੀ ਕਿ ਵਾਲ ਫਿਰ ਚਿੱਟੇ ਹੋ ਜਾਣੇ ਨੇ, ਬੁਢੇਪਾ ਆ ਜਾਣਾ ਹੈ। ਬੁਢੇਪੇ ਰੂਪੀ ਕੁੰਜ ਜਿਹੜੀ ਉਹ ਪੂੰਜ ਪਵੇਗੀ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਮਨ ਕੀਆਂ ਇੱਛਾ ਪੂਰੀਆਂ, ਸ਼ਬਦ ਰਹਾ ਭਰਪੂਰ। ਜਦੋਂ ਅੰਦਰ ਨਾਮ ਵਸ ਜਾਂਦਾ ਹੈ, ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਤੇ ਸ਼ਬਦ, ਜਿਹੜੇ ਸ਼ਬਦ ਦੇ ਵਿੱਚ ਗੁਣ ਭਰਪੂਰ ਹੋਇਆ, ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਭੈ ਪਾਏ ਭਗਤ ਕਰਹਿ ਦਿਨ ਰਾਤੀ, ਹਰ ਜੀਉ ਵੇਖੈ ਸਦਾ ਹਦੂਰ। ਭੈ ਵਿੱਚ, ਭਾਵਨਾ ਵਿੱਚ ਗੁਰੂ ਕੇ ਸਿੱਖ ਭਗਤੀ ਕਰਦੇ ਨੇ ਦਿਨ ਰਾਤ, ਤੇ ਵਾਹਿਗੁਰੂ ਨੂੰ ਸਦਾ ਹਜ਼ੂਰੀ ਵਿੱਚ ਵਹਿੰਦੇ ਹਨ। ਸੱਚਾ ਸ਼ਬਦ ਸਦਾ ਮਨ ਰਾਤਾ, ਭਰਮ ਗਿਆ ਸਰੀਰੋਂ ਦੂਰ। ਉਹ ਸੱਚੇ ਸ਼ਬਦ ਦੇ ਵਿੱਚ ਮਨ ਰੰਗਿਆ ਜਾਂਦਾ ਹੈ ਤੇ ਸਰੀਰ ਤੋਂ ਭਰਮ ਅਗਿਆਨ ਦੂਰ ਹੋ ਜਾਂਦਾ ਹੈ। ਨਿਰਮਲ ਸਾਹਿਬ ਪਾਇਆ, ਸਾਚਾ ਗੁਣੀ ਗਹੀਰ। ਮੈਲ ਰਹਿਤ ਸਾਹਿਬ ਵਾਹਿਗੁਰੂ ਦੀ ਪ੍ਰਾਪਤੀ ਹੋਈ, ਜਿਹੜਾ ਗੁਣਾਂ ਦਾ ਗੰਭੀਰ ਖਜ਼ਾਨਾ ਹੈ। ਜੋ ਜਾਗੇ ਸੇ ਉਭਰੇ, ਸੁੱਤੇ ਗਏ ਮੁਹਾਏ। ਜਿਨ੍ਹਾਂ ਨੂੰ ਗਿਆਨ ਰੂਪੀ ਜਾਗ ਆਈਏ ਉਹ ਉਭਰ ਗਏ ਨੇ ਸੰਸਾਰ ਦੇ ਡਰ ਤੋਂ, ਤੇ ਜਿਹੜੇ ਸੁੱਤੇ ਹੋਏ ਨੇ ਅਗਿਆਨ ਵਿੱਚ ਉਹ ਲੁੱਟੇ ਗਏ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸੱਚਾ ਨਾਮ ਪਛਾਣਿਆ ਨਹੀਂ, ਇਹ ਸੁਪਨੇ ਵਾਂਗੂ ਜ਼ਿੰਦਗੀ ਗੁਜ਼ਰ ਗਈ। ਸੁੰਝੇ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਏ। ਇਹ ਸੁੰਝੇ ਘਰ ਦੇ ਪ੍ਰਾਹੁਣੇ ਵਾਂਗੂ ਜਿਵੇਂ ਆਇਆ ਸੀ ਖਾਲੀ ਹੱਥੀ ਤੁਰ ਜਾਂਦਾ, ਨਾਮ ਦੀ ਦਾਤ ਨਹੀਂ ਇਕੱਠੀ ਕਰਦਾ। ਮਨ ਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇ ਸੀ ਜਾਏ। ਮਨਮੁਖ ਦਾ ਜਨਮ ਵਿਅਰਥ ਚਲਾ ਗਿਆ, ਅੱਗੇ ਜਾ ਕੇ ਕੀ ਮੂੰਹ ਦੇਵੇਗਾ। ਸਭ ਕਿਛ ਆਪੇ ਆਪ ਹੈ, ਹਉਮੈ ਵਿੱਚ ਕਹਿਣ ਨਾ ਜਾਏ। ਅਸਲ ਵਿੱਚ ਪਰਮਾਤਮਾ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ, ਪਰ ਸਾਡੀ ਹਉਮੈ ਕਰਕੇ ਸਾਨੂੰ ਲੱਗਦਾ ਵੀ ਅਸੀਂ ਕੁਝ ਕਰ ਰਹੇ ਹਾਂ। ਵਰਤ ਉਹ ਆਪ ਹੀ ਰਿਹਾ ਹੈ। ਇਹ ਗੱਲ ਕਹੀ ਨਹੀਂ ਜਾਂਦੀ ਹਉਮੈ ਦੇ ਵਿੱਚ ਵੀ ਰੱਬ ਸਭ ਥਾਂ ਤੇ ਵਰਤਦਾ ਹੈ। ਗੁਰ ਕੈ ਸ਼ਬਦ ਪਛਾਣੀਐ, ਦੁਖ ਹਉਮੈ ਵਿੱਚੋਂ ਜਾਏ। ਗੁਰੂ ਦੇ ਸ਼ਬਦ ਦੁਆਰਾ ਇਹ ਪਹਿਚਾਣ ਆਉਂਦੀ ਹੈ ਤੇ ਹਉਮੈ ਦਾ ਦੁੱਖ ਵਿੱਚੋਂ ਖਤਮ ਹੋ ਜਾਂਦਾ ਹੈ। ਸਤਿਗੁਰ ਸੇਵਨ ਆਪਣਾ, ਹਉ ਤਿਨ ਕੈ ਲਾਗੂ ਪਾਏ। ਜਿਹੜੇ ਸਤਿਗੁਰੂ ਜੀ ਦੀ ਸੇਵਾ ਕਰਦੇ ਹਨ ਔਰ ਨਾਮ ਜਪਦੇ ਸਿਮਰਨ ਕਰਦੇ, ਉਹਨਾਂ ਦੇ ਚਰਨੀ ਲੱਗਾ, ਉਹਨਾਂ ਦੀ ਸੰਗਤ ਕਰਾਂ। ਨਾਨਕ ਦਰ ਸੱਚੈ ਸਚਿਆਰ ਹੈ, ਹਉ ਤਿਨ ਬਲਹਾਰੈ ਜਾਉ। ਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਸੱਚੇ ਦਰ ਤੇ ਸਚਿਆਰ ਪ੍ਰਵਾਨ ਹੋ ਗਏ, ਉਹਨਾਂ ਤੋਂ ਕੁਰਬਾਨ ਜਾਈਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦੀ ਆਪ ਸੰਗਤ ਨੂੰ ਬਹੁਤ ਵਧਾਈ। ਕੁਝ ਮਿੰਟਾਂ ਵਾਸਤੇ ਸਿਮਰਨ ਕਰੀਏ, ਫਿਰ ਸਮਾਪਤੀ ਕਰਾਂਗੇ। ਸੋ 3 ਦਿਨ ਦਾ ਸਮਾਂ ਸੀ। ਸਿੰਘਾਂ ਨੇ ਉਦਮ ਕੀਤਾ, ਦਿੱਲੀ ਸਿੱਖ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਸਿੰਘਾਂ ਵੱਲੋਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਸਾਰੇ ਮੁੱਖ ਸਿੰਘਾਂ ਦਾ, ਸੇਵਾਦਾਰਾਂ ਦਾ ਧੰਨਵਾਦ। ਗੁਰੂ ਕੇ ਵਜ਼ੀਰ ਸਿੰਘ ਸਾਰੇ ਦਰਬਾਰ ਦੇ ਵਿੱਚ, ਮਹਾਰਾਜ ਦੇ ਦਰਬਾਰੀ ਅਰਦਲ ਵਿੱਚ ਰਹਿਣ ਵਾਲੇ ਸਾਰੇ ਸਿੰਘਾਂ ਨੇ ਬਹੁਤ ਪਿਆਰ ਸਤਿਕਾਰ ਕੀਤਾ। ਇਹ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਆਓ 2 ਮਿੰਟਾਂ ਵਾਸਤੇ ਜਾਪ ਕਰਕੇ ਸਮਾਪਤੀ ਕਰੀਏ। ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ